ਦੀਪਕ ਅਤੇ ਮੇਰੇ ਵਿਆਹ ਨੂੰ 5 ਸਾਲ ਹੋ ਗਏ ਸਨ, ਪਰ ਅਜੇ ਤੱਕ ਸਾਡੇ ਕੋਈ ਬੱਚੇ ਨਹੀਂ ਸਨ। ਦੀਪਕ ਨੂੰ ਮੇਰੇ ਤੇ ਵਿਸ਼ਵਾਸ ਸੀ। ਮੈਂ ਬਾਂਝ ਸੀ, ਪਰ ਮੈਂ ਦੀਪਕ ਨੂੰ ਝੂਠ ਬੋਲਿਆ ਸੀ ਕਿ ਲੇਡੀ ਡਾਕਟਰ ਨੇ ਕਿਹਾ ਹੈ ਕਿ ਤੁਹਾਡੇ ਜਲਦੀ ਬੱਚਾ ਹੋ ਜਾਵੇਗਾ। ਦੀਪਕ ਵੀ ਮੇਰੀ ਗੱਲ ਮੰਨਦਾ ਸੀ, ਪਰ ਹੁਣ ਮੈਂ ਹੋਰ ਝੂਠ ਨਹੀਂ ਬੋਲ ਸਕਦੀ ਸੀ। ਮੈਂ ਝੂਠ ਬੋਲ ਕੇ ਥੱਕ ਗਈ ਸੀ। ਮੈਂ ਸੋਚਿਆ ਕਿ ਮੈਂ ਆਪਣੇ ਪਤੀ ਨੂੰ ਸਾਰੀ ਸੱਚਾਈ ਦੱਸ ਦੇਵਾਂ। ਹੁਣ ਮੈਂ ਉਸ ਨੂੰ ਹੋਰ ਧੋਖੇ ਵਿੱਚ ਨਹੀਂ ਰੱਖ ਸਕਦੀ ਸੀ। ਆਪਣੇ ਪਤੀ ਨੂੰ ਸੱਚ ਦੱਸਣ ਤੋਂ ਪਹਿਲਾਂ ਇੱਕ ਵਾਰ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਪੁੱਛਿਆ ਕਿ ਹੁਣ ਮੈਂ ਕੀ ਕਰਾਂ। ਮੰਮੀ ਕਹਿਣ ਲੱਗੀ ਕਿ ਤੂੰ ਅਜਿਹਾ ਕਰ, ਤੂੰ ਤੇਰੇ ਪਤੀ ਦਾ ਦੂਜਾ ਵਿਆਹ ਕਰਵਾ ਦੇ। ਤੁਹਾਡਾ ਪਤੀ ਤੁਹਾਡੇ ਲਈ ਸ਼ੁਕਰਗੁਜ਼ਾਰ ਰਹੇਗਾ ਅਤੇ ਤੁਹਾਨੂੰ ਛੱਡਣ ਬਾਰੇ ਕਦੇ ਨਹੀਂ ਸੋਚੇਗਾ। ਮਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਅਤੇ ਉਦਾਸ ਵੀ ਸੀ। ਮੈਂ ਮਹਿਸੂਸ ਕੀਤਾ ਕਿ ਮੇਰੀ ਮਾਂ ਮੇਰੇ ਨਾਲ ਦੁਸ਼ਮਣੀ ਕੱਢ ਰਹੀ ਹੈ ਕਿਉਂਕਿ ਮੈਂ ਉਸ ਨੂੰ ਬਹੁਤ ਬਦਨਾਮ ਕੀਤਾ ਸੀ। ਮੈਂ ਗੁੱਸੇ ਵਿੱਚ ਕਿਹਾ, ਮੰਮੀ, ਮੈਨੂੰ ਤੁਹਾਡੇ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ। ਇਹ ਕਹਿ ਕੇ ਮੈਂ ਗੁੱਸੇ ਨਾਲ ਫੋਨ ਕੱਟ ਦਿੱਤਾ। ਸ਼ਾਮ ਨੂੰ ਜਦੋਂ ਦੀਪਕ ਘਰ ਵਾਪਸ ਆਇਆ ਤਾਂ ਉਸ ਨੇ ਮੈਨੂੰ ਦੇਖ ਕੇ ਪੁੱਛਿਆ, ਕੀ ਗੱਲ ਹੈ ਪਾਰੂ, ਤੂੰ ਕਮਰੇ ਵਿੱਚ ਇੰਨਾ ਹਨੇਰਾ ਕਿਉਂ ਰੱਖਿਆ ਹੋਇਆ ਹੈ? ਮੈਂ ਕਿਹਾ, ਮੇਰੀ ਕਿਸਮਤ ਵਿੱਚ ਹਨੇਰਾ ਲਿਖਿਆ ਹੋਇਆ ਹੈ, ਮੈਂ ਉਸ ਹਨੇਰੇ ਦਾ ਕੀ ਕਰਾਂ? ਮੈਂ ਉੱਜੜ ਗਈ ਹਾਂ। ਦੀਪਕ ਬੋਲਿਆ, ਤੂੰ ਪਾਗਲ ਹੋ ਗਈ ਹੈ, ਤੂੰ ਇਸ ਤਰ੍ਹਾਂ ਕਿਉਂ ਬੋਲ ਰਹੀ ਹੈ? ਮੈਂ ਤੇਰਾ ਪਤੀ ਹਾਂ, ਤੇਰੇ ਕੋਲ ਹਾਜ਼ਰ ਹਾਂ। ਰੱਬ ਦਾ ਦਿੱਤਾ ਹੋਇਆ ਸਾਡੇ ਕੋਲ ਸਭ ਕੁਝ ਹੈ, ਫਿਰ ਤੈਨੂੰ ਅਚਾਨਕ ਕੀ ਹੋ ਗਿਆ ਹੈ? ਮੈਂ ਫਿਰ ਦੀਪਕ ਨੂੰ ਸਭ ਕੁਝ ਦੱਸ ਦਿੱਤਾ ਕਿ ਮੈਂ ਬਾਂਝ ਹਾਂ ਅਤੇ ਮੈਂ ਕਦੇ ਮਾਂ ਨਹੀਂ ਬਣ ਸਕਦੀ। ਅੱਜ ਮੈਂ ਡਾਕਟਰ ਕੋਲ ਚੈੱਕਅਪ ਲਈ ਗਈ ਸੀ। ਉਸ ਨੇ ਕਿਹਾ ਕਿ ਤੁਸੀਂ ਬਾਂਝ ਹੋ ਅਤੇ ਤੁਸੀਂ ਸਾਰੀ ਉਮਰ ਬੱਚੇ ਨੂੰ ਜਨਮ ਨਹੀਂ ਦੇ ਸਕੋਗੇ। ਮੇਰੀਆਂ ਗੱਲਾਂ ਸੁਣ ਕੇ ਦੀਪਕ ਦੇ ਚਿਹਰੇ ਤੇ ਇੱਕ ਪਲ ਲਈ ਉਦਾਸੀ ਆ ਗਈ, ਪਰ ਉਸ ਨੇ ਤੁਰੰਤ ਮੇਰਾ ਹੱਥ ਫੜ ਲਿਆ ਅਤੇ ਕਿਹਾ ਕਿ ਕੋਈ ਗੱਲ ਨਹੀਂ ਪਾਰੂ, ਮੇਰੇ ਲਈ ਤੂੰ ਹੀ ਕਾਫੀ ਹੈ। ਮੈਨੂੰ ਤੇਰੇ ਸਿਵਾਏ ਕਿਸੇ ਚੀਜ਼ ਦੀ ਲੋੜ ਨਹੀਂ। ਦੀਪਕ ਦੇ ਦਿਲਾਸੇ ਦੇਣ ਤੋਂ ਬਾਅਦ ਮੇਰਾ ਮੂਡ ਠੀਕ ਹੋ ਗਿਆ ਸੀ, ਪਰ ਇੱਕ ਦਿਨ ਮੇਰੀ ਸੱਸ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਫਿਰ ਉਹਨਾਂ ਦਾ ਮੂਡ ਬਹੁਤ ਖਰਾਬ ਹੋਣ ਲੱਗਾ। ਇੱਕ ਦਿਨ ਸਾਡੀ ਗੁਆਂਢੀ ਸਾਡੇ ਘਰ ਆਈ। ਮੇਰੀ ਸੱਸ ਨੇ ਉਸ ਨੂੰ ਕਿਹਾ ਕਿ ਮੇਰੇ ਪੁੱਤਰ ਲਈ ਕੋਈ ਚੰਗੀ ਕੁੜੀ ਲੱਭੋ ਕਿਉਂਕਿ ਮੈਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੀ ਹਾਂ। ਸਾਡੀ ਗੁਆਂਢਣ ਨੇ ਪੁੱਛਿਆ, ਤੇਰੀ ਪਹਿਲੀ ਨੂੰਹ ਨੂੰ ਕੀ ਹੋਇਆ? ਤੂੰ ਕਿਉਂ ਆਪਣੇ ਮੁੰਡੇ ਦਾ ਦੂਸਰਾ ਵਿਆਹ ਕਰਵਾਉਣਾ ਚਾਹੁੰਦੀ ਹੈ? ਤਾਂ ਮੇਰੀ ਸੱਸ ਨੇ ਕਿਹਾ, ਉਹ ਤਾਂ ਬੇਚਾਰੀ ਬਾਂਝ ਹੈ, ਹੁਣ ਅਸੀਂ ਆਪਣੀ ਨਸਲ ਅੱਗੇ ਵਧਾਉਣੀ ਹੈ, ਇਸ ਲਈ ਮੈਨੂੰ ਆਪਣੇ ਪੁੱਤਰ ਦਾ ਦੂਜੀ ਵਾਰ ਵਿਆਹ ਕਰਵਾਉਣਾ ਪਵੇਗਾ। ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਕੰਬਣ ਲੱਗੀ। ਜਦੋਂ ਦੀਪਕ ਘਰ ਵਾਪਸ ਆਇਆ ਤਾਂ ਮੈਂ ਰੋਣ ਲੱਗ ਪਈ। ਉਸ ਨੂੰ ਸਾਰੀ ਗੱਲ ਦੱਸੀ। ਦੀਪਕ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਤੋਂ ਬਾਹਰ ਲੈ ਗਿਆ ਅਤੇ ਆਪਣੀ ਮਾਂ ਦੇ ਕੋਲ ਖੜਾ ਕਰਕੇ ਬੋਲਿਆ, ਮੰਮੀ, ਪਾਰੂਲ ਤੋਂ ਇਲਾਵਾ ਮੈਂ ਕਿਸੇ ਵੀ ਕੁੜੀ ਬਾਰੇ ਸੋਚ ਵੀ ਨਹੀਂ ਸਕਦਾ ਅਤੇ ਮੈਂ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਤੋਂ ਵੱਧ ਪਿਆਰ ਕਰਦਾ ਹਾਂ। ਇਸ ਲਈ ਅੱਜ ਤੋਂ ਬਾਅਦ ਤੁਸੀਂ ਮੇਰੇ ਦੂਜੇ ਵਿਆਹ ਦੀ ਚਰਚਾ ਵੀ ਨਾ ਕਰਨਾ। ਮੇਰੀ ਸੱਸ ਨੇ ਗੁੱਸੇ ਨਾਲ ਸਿਰ ਹਿਲਾਇਆ ਅਤੇ ਕਿਹਾ, ਮੈਂ ਕਦੇ ਅਜਿਹਾ ਆਦਮੀ ਨਹੀਂ ਦੇਖਿਆ ਸੀ ਜਿਸ ਨੂੰ ਆਪਣੀ ਬਾਂਝ ਪਤਨੀ ਤੇ ਇੰਨਾ ਮਾਣ ਹੋਵੇ। ਦੀਪਕ ਦੀਆਂ ਗੱਲਾਂ ਸੁਣ ਕੇ ਮੇਰਾ ਖੂਨ ਵੱਧ ਗਿਆ ਸੀ। ਮੈਂ ਬਹੁਤ ਖੁਸ਼ ਹੋ ਗਈ ਸੀ। ਮੈਨੂੰ ਕਿੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ। ਮੈਂ ਮਨ ਹੀ ਮਨ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਦੀਪਕ ਦਾ ਪਿਆਰ ਮੇਰੇ ਲਈ ਇਸ ਤਰ੍ਹਾਂ ਬਣਿਆ ਰਹੇ। ਜਦੋਂ ਰਾਤ ਹੋਈ ਤਾਂ ਮੈਂ ਸੋਚਿਆ ਕਿ ਦੀਪਕ ਲਈ ਚਾਹ ਬਣਾ ਦੇਵਾਂ। ਜਦੋਂ ਮੈਂ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਮੈਨੂੰ ਆਪਣੀ ਸੱਸ ਦੇ ਕਮਰੇ ਵਿੱਚੋਂ ਆਵਾਜ਼ ਆਉਂਦੀਆਂ ਸੁਣੀਆਂ। ਮੇਰਾ ਨਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਜਦੋਂ ਮੈਂ ਦੇਖਿਆ ਤਾਂ ਉਹ ਫੋਨ ਤੇ ਆਪਣੀ ਬੇਟੀ ਨੂੰ ਕਹਿ ਰਹੀ ਸੀ ਕਿ ਤੂੰ ਚਿੰਤਾ ਨਾ ਕਰ, ਮੈਂ ਪਾਰੂਲ ਤੋਂ ਤਲਾਕ ਦਿਵਾ ਕੇ ਦੀਪਕ ਦੀ ਦੂਜੀ ਵਾਰ ਵਿਆਹ ਕਰਵਾ ਦੇਵਾਂਗੀ। ਇਸ ਲਈ ਤੁਸੀਂ ਅਜਿਹਾ ਕਰੋ ਕਿ ਉਸ ਲਈ ਚੰਗੀ ਕੁੜੀ ਲੱਭਣੀ ਸ਼ੁਰੂ ਕਰ ਦਿਓ। ਇਹ ਗੱਲਾਂ ਸੁਣ ਕੇ ਮੇਰੇ ਮਨ ਤੇ ਭਾਰੀ ਬੋਝ ਪੈ ਗਿਆ। ਮੈਂ ਕਮਰੇ ਵਿੱਚ ਆ ਕੇ ਚਾਹ ਬਣਾਏ ਬਿਨਾਂ ਹੀ ਲੇਟ ਗਈ। ਹੁਣ ਮੈਂ ਆਪਣੀ ਮਾਂ ਬਾਰੇ ਸੋਚਿਆ, ਪਰ ਮੈਨੂੰ ਉਹ ਸਲਾਹ ਚੰਗੀ ਨਹੀਂ ਲੱਗੀ ਜੋ ਉਸਨੇ ਮੈਨੂੰ ਪਿਛਲੀ ਵਾਰ ਦਿੱਤੀ ਸੀ। ਮੇਰੀ ਸੱਸ ਵਾਂਗ ਉਹ ਵੀ ਚਾਹੁੰਦੀ ਸੀ ਕਿ ਮੇਰਾ ਪਤੀ ਦੂਜੀ ਵਾਰ ਵਿਆਹ ਕਰੇ। ਮੈਂ ਨਾ ਚਾਹੁੰਦੇ ਹੋਏ ਵੀ ਆਪਣੀ ਮਾਂ ਨੂੰ ਹੁਣ ਮਿਲਾਇਆ ਅਤੇ ਰੋਣ ਲੱਗ ਪਈ। ਮਾਂ ਨੇ ਕਿਹਾ, ਪਾਰੂਲ ਬੇਟਾ, ਤੂੰ ਕਿੱਥੇ ਗਾਇਬ ਹੋ ਗਈ ਕਿ ਤੇਰਾ ਮੇਰੇ ਨਾਲ ਗੱਲ ਕਰਨ ਦਾ ਮਨ ਨਹੀਂ ਕਰਦਾ? ਮਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ।
ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੀ ਮਾਂ ਮੇਰੇ ਲਈ ਤਰਸ ਰਹੀ ਹੋਵੇਗੀ। ਮੈਂ ਕਹਿਣ ਲੱਗੀ, ਮੰਮੀ ਪਹਿਲਾਂ ਮੇਰੀ ਜ਼ਿੰਦਗੀ ਬਹੁਤ ਖੁਸ਼ਹਾਲ ਸੀ, ਪਰ ਜਦੋਂ ਤੋਂ ਮੈਨੂੰ ਪਤਾ ਲੱਗਾ ਕਿ ਮੈਂ ਬਾਂਝ ਹਾਂ, ਮੇਰੇ ਸਿਰ ਤੇ ਹਰ ਸਮੇਂ ਤਲਵਾਰ ਲਟਕਦੀ ਰਹਿੰਦੀ ਹੈ। ਮੇਰੀ ਸੱਸ ਨੇ ਗੁਆਂਢਣ ਨੂੰ ਮੇਰੇ ਪਤੀ ਲਈ ਰਿਸ਼ਤਾ ਲੱਭਣ ਲਈ ਕਿਹਾ ਹੈ ਅਤੇ ਕਈ ਵਾਰ ਉਹ ਆਪਣੀ ਧੀ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਪਸੰਦ ਦੀ ਬਹੂ ਲਿਆਵਾਂਗੀ, ਤੁਸੀਂ ਆਪਣੇ ਭਰਾ ਲਈ ਰਿਸ਼ਤਾ ਲੱਭੋ। ਮੰਮੀ, ਦੀਪਕ ਬਹੁਤ ਹੀ ਵਧੀਆ ਇਨਸਾਨ ਹੈ। ਉਸ ਨੂੰ ਵੀ ਇੱਕ ਨਾ ਇੱਕ ਦਿਨ ਅਹਿਸਾਸ ਹੋਵੇਗਾ ਕਿ ਉਸ ਦੀ ਜ਼ਿੰਦਗੀ ਵਿੱਚ ਇੱਕ ਬੱਚਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਦੂਜੀ ਵਾਰ ਵਿਆਹ ਕਰਨਾ ਚਾਹੀਦਾ ਹੈ। ਮੰਮੀ ਕਹਿਣ ਲੱਗੀ, ਮੈਨੂੰ ਅਹਿਸਾਸ ਹੈ ਕਿ ਤੇਰੇ ਤੇ ਇਸ ਸਮੇਂ ਕੀ ਗੁਜ਼ਰ ਰਹੀ ਹੋਵੇਗੀ, ਇਸੇ ਲਈ ਮੈਂ ਤੁਹਾਨੂੰ ਉਸ ਦਿਨ ਕਿਹਾ ਸੀ ਕਿ ਦੀਪਕ ਦਾ ਦੂਜਾ ਵਿਆਹ ਆਪਣੇ ਹੱਥਾਂ ਨਾਲ ਕਰਵਾ ਦਿਓ। ਉਹ ਆਪਣੀ ਕਰੋੜਾਂ ਦੀ ਜਾਇਦਾਦ ਨੂੰ ਇਸ ਤਰ੍ਹਾਂ ਨਹੀਂ ਛੱਡੇਗਾ। ਜ਼ਾਹਰ ਹੈ ਕਿ ਉਹ ਵਾਰਿਸ ਚਾਹੁੰਦਾ ਹੋਵੇਗਾ। ਅੱਜ ਨਹੀਂ ਤਾਂ ਕੱਲ ਉਹ ਜ਼ਰੂਰ ਦੂਜੇ ਵਿਆਹ ਬਾਰੇ ਸੋਚਣਾ ਸ਼ੁਰੂ ਕਰ ਦੇਵੇਗਾ। ਜੇਕਰ ਤੁਹਾਡਾ ਪਤੀ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਵੇ ਤਾਂ ਜ਼ਰਾ ਸੋਚੋ ਤੁਹਾਡੀ ਕੀ ਹਾਲਤ ਹੋਵੇਗੀ। ਜੇਕਰ ਤੁਸੀਂ ਮੇਰੀ ਗੱਲ ਮੰਨਦੇ ਹੋ ਤਾਂ ਉਸ ਦਾ ਵਿਆਹ ਕਿਸੇ ਗਰੀਬ ਪਰਿਵਾਰ ਦੀ ਕੁੜੀ ਨਾਲ ਕਰਵਾ ਦਿਓ। ਉਹ ਤੁਹਾਡੇ ਤੋਂ ਡਰ ਕੇ ਵੀ ਰਹੇਗੀ ਅਤੇ ਤੁਹਾਡੀ ਅਸਾਨਮੰਦ ਵੀ ਰਹੇਗੀ। ਉਹ ਕਦੇ ਵੀ ਤੁਹਾਡੀ ਜਗ੍ਹਾ ਲੈਣ ਦੀ ਕੋਸ਼ਿਸ਼ ਨਹੀਂ ਕਰੇਗੀ। ਉਹ ਬੱਚਿਆਂ ਨੂੰ ਜਨਮ ਦੇਵੇਗੀ ਅਤੇ ਤੁਸੀਂ ਵੀ ਇਸ ਵਿੱਚ ਮਾਂ ਕਹਾਉਣ ਦੇ ਬਰਾਬਰ ਦੇ ਹੱਕਦਾਰ ਹੋਵੋਗੇ। ਮਾਂ ਦੀ ਗੱਲ ਸੁਣ ਕੇ ਮੈਨੂੰ ਲੱਗਾ ਕਿ ਉਹ ਬਿਲਕੁਲ ਸਹੀ ਕਹਿ ਰਹੀ। ਮੈਂ ਕਿਹਾ, ਮੰਮੀ ਜੇ ਤੁਹਾਡੇ ਦਿਮਾਗ ਵਿੱਚ ਕੋਈ ਅਜਿਹੀ ਕੁੜੀ ਹੈ ਤਾਂ ਮੈਨੂੰ ਦੱਸ ਦਿਓ। ਮੈਂ ਸੋਚਿਆ ਸੀ ਕਿ ਦੀਪਕ ਦਾ ਦੂਜਾ ਵਿਆਹ ਕੀਤੇ ਬਿਨਾਂ ਇਸ ਘਰ ਵਿੱਚ ਰਹਿਣਾ ਮੇਰੇ ਲਈ ਸੰਭਵ ਨਹੀਂ ਹੋਵੇਗਾ। ਹਾਲਾਂਕਿ ਇਹ ਗੱਲ ਮੇਰੇ ਦਿਲ ਵਿੱਚੋਂ ਇੱਕ ਕਿਆਮਤ ਵਾਂਗ ਲੰਘ ਰਹੀ ਸੀ ਕਿ ਮੈਂ ਆਪਣੇ ਪਤੀ ਦਾ ਵਿਆਹ ਆਪਣੇ ਹੱਥੀਂ ਕਰਵਾ ਰਹੀ ਹਾਂ, ਪਰ ਇਹ ਮੇਰੀ ਮਜਬੂਰੀ ਸੀ ਅਤੇ ਮੈਨੂੰ ਦੀਪਕ ਤੇ ਵਿਸ਼ਵਾਸ ਸੀ ਕਿ ਉਸ ਦਾ ਮੇਰੇ ਲਈ ਪਿਆਰ ਕਦੇ ਵੀ ਘੱਟ ਨਹੀਂ ਹੋਵੇਗਾ ਅਤੇ ਮੈਂ ਆਪਣੇ ਪਰਿਵਾਰ ਤੋਂ ਚੋਰੀਓਂ ਦੀਪਕ ਲਈ ਕੁੜੀ ਲੱਭਣੀ ਸ਼ੁਰੂ ਕਰ ਦਿੱਤੀ ਸੀ। ਮੈਂ ਪਿੰਡ ਦੇ ਰਹਿਣ ਵਾਲੀ ਸੀ। ਮੈਂ ਪਿੰਡ ਦੇ ਚੌਧਰੀ ਅਤੇ ਸਰਪੰਚ ਦੀ ਇਕਲੌਤੀ ਧੀ ਸੀ। ਮੇਰੀ ਮਾਂ, ਪਿਤਾ ਅਤੇ ਭਰਾ ਨੇ ਮੇਰੇ ਤੇ ਨਜ਼ਰ ਰੱਖੀ। ਮੇਰੀ ਜ਼ਿੰਦਗੀ ਬਹੁਤ ਖੂਬਸੂਰਤ ਸੀ, ਪਰ ਮੈਨੂੰ ਸਿਰਫ ਇੱਕ ਚੀਜ਼ ਦੀ ਕਮੀ ਸੀ ਅਤੇ ਉਹ ਇਹ ਸੀ ਕਿ ਮੇਰਾ ਰਿਸ਼ਤਾ ਮੇਰੇ ਮਾਤਾ ਪਿਤਾ ਨੇ ਬਚਪਨ ਵਿੱਚ ਹੀ ਤੈਅ ਕੀਤਾ ਸੀ ਅਤੇ ਇਸ ਲੜਕੇ ਨਾਲ ਮੇਰਾ ਰਿਸ਼ਤਾ ਤੈਅ ਹੋ ਗਿਆ ਸੀ। ਉਸ ਦਾ ਨਾਮ ਵਿਕਾਸ ਸੀ। ਉਸ ਨੇ ਅੱਜ ਤੱਕ ਸਕੂਲ ਦਾ ਮੂੰਹ ਤੱਕ ਨਹੀਂ ਦੇਖਿਆ ਸੀ ਜਦੋਂ ਕਿ ਮੈਂ ਇੰਟਰਮੀਡੀਏਟ ਕੀਤਾ ਹੋਇਆ ਸੀ। ਸਾਡੇ ਪਿੰਡ ਵਿੱਚ ਜੇ ਕੋਈ ਕੁੜੀ ਇੰਟਰਮੀਡੀਏਟ ਪਾਸ ਕਰ ਦੇਵੇ ਤਾਂ ਵੱਡੀ ਗੱਲ ਸਮਝੀ ਜਾਂਦੀ ਸੀ ਤੇ ਫਿਰ ਵਿਕਾਸ ਬੜਾ ਅਜੀਬ ਬੰਦਾ ਸੀ। ਹਾਲਾਂਕਿ ਮੇਰੇ ਭਰਾਵਾਂ ਨੇ ਵੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ, ਪਰ ਫਿਰ ਵੀ ਉਹ ਸੁਲਝੇ ਹੋਏ ਸਨ। ਉਹ ਜਾਣਦੇ ਸੀ ਕਿ ਕਿਵੇਂ ਗੱਲ ਕਰਨੀ ਹੈ। ਮਾਤਾ ਜੀ ਨੇ ਮੇਰੇ ਭਰਾਵਾਂ ਨੂੰ ਬਹੁਤ ਵਧੀਆ ਢੰਗ ਨਾਲ ਪਾਲਿਆ ਹੋਇਆ ਸੀ, ਪਰ ਵਿਕਾਸ ਨੂੰ ਚੰਗੇ ਮਾੜੇ ਦੀ ਤਮੀਜ਼ ਵੀ ਨਹੀਂ ਸਿਖਾਈ ਗਈ ਸੀ। ਪਿੰਡ ਦੀ ਹਰ ਕੁੜੀ ਨਾਲ ਉਸ ਦੇ ਸੰਬੰਧ ਸਨ। ਉਸ ਦੀਆਂ ਇਹਨਾਂ ਹਰਕਤਾਂ ਕਾਰਨ ਹੀ ਮੈਂ ਉਸ ਨੂੰ ਨਫ਼ਰਤ ਕਰਨ ਲੱਗ ਗਈ ਸੀ। ਵਿਕਾਸ ਦੀ ਇੱਕ ਗੱਲ ਜੋ ਮੈਨੂੰ ਬਹੁਤ ਬੁਰੀ ਲੱਗੀ ਉਹ ਇਹ ਸੀ ਕਿ ਪਿੰਡ ਦੀ ਹਰ ਕੁੜੀ ਨਾਲ ਅਫੇਅਰ ਹੋਣ ਦੇ ਬਾਵਜੂਦ ਉਹ ਮੇਰੇ ਨਾਲ ਡੂੰਘਾ ਪਿਆਰ ਕਰਦਾ ਸੀ। ਮੇਰਾ ਨਾਂ ਪਾਰੂ ਸੀ ਅਤੇ ਉਹ ਮੈਨੂੰ ਰਾਧਾ ਕਹਿ ਕੇ ਬੁਲਾਉਂਦਾ ਸੀ। ਉਹ ਕਹਿੰਦਾ ਸੀ ਕਿ ਰਾਧਾ, ਮੈਂ ਤੇਰੇ ਬਿਨਾਂ ਮਰ ਜਾਵਾਂਗਾ ਤੇ ਮੈਂ ਵਿਕਾਸ ਨੂੰ ਕਹਿੰਦੀ ਸੀ ਕਿ ਪਿੰਡ ਦੀਆਂ ਸਾਰੀਆਂ ਕੁੜੀਆਂ ਤੇਰੇ ਲਈ ਹਨ ਤਾਂ ਤੂੰ ਮੇਰੇ ਮਗਰ ਕਿਉਂ ਹੈ? ਤਾਂ ਉਹ ਕਹਿੰਦਾ ਕਿ ਕ੍ਰਿਸ਼ਨ ਤਾਂ ਰਾਧਾ ਦਾ ਹੀ ਹੈ, ਬਾਕੀ ਸਭ ਗੁਪਤ। ਇੱਕ ਵਾਰ ਵਿਕਾਸ ਪਿੰਡ ਦੇ ਮੇਲੇ ਵਿੱਚੋਂ ਮੇਰੇ ਲਈ ਕੰਚ ਦੀਆਂ ਚੂੜੀਆਂ ਲੈ ਕੇ ਆਇਆ। ਵਿਕਾਸ ਦੀਆਂ ਇਹਨਾਂ ਹਰਕਤਾਂ ਕਾਰਨ ਮੈਨੂੰ ਗੁੱਸਾ ਆਉਂਦਾ ਸੀ। ਮੈਂ ਵਿਕਾਸ ਵੱਲੋਂ ਲਿਆਂਦੀਆਂ ਚੂੜੀਆਂ ਨੂੰ ਪੈਰਾਂ ਹੇਠ ਰੱਖ ਕੇ ਤੋੜ ਦਿੱਤੀਆਂ ਸੀ। ਮੇਰੀ ਇਸ ਹਰਕਤ ਕਾਰਨ ਮੈਂ ਪਹਿਲੀ ਵਾਰ ਵਿਕਾਸ ਦੀਆਂ ਅੱਖਾਂ 'ਚ ਹੰਝੂ ਦੇਖੇ ਅਤੇ ਵਿਕਾਸ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਪਰ ਵਿਕਾਸ ਇੰਨਾ ਚਿਕਨਾ ਘੜਾ ਸੀ ਕਿ ਅਗਲੇ ਹੀ ਦਿਨ ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਇੱਕ ਕੁੜੀ ਨਾਲ ਇਸ਼ਾਰੇ ਕਰਦੇ ਦੇਖਿਆ ਅਤੇ ਫਿਰ ਮੇਰੇ ਦਿਲ ਵਿੱਚ ਉਸ ਲਈ ਜੋ ਥੋੜੀ ਜਿਹੀ ਹਮਦਰਦੀ ਪੈਦਾ ਹੋਈ ਸੀ ਉਹ ਵੀ ਖਤਮ ਹੋ ਗਈ ਸੀ। ਜਦੋਂ ਮੰਮੀ ਡੈਡੀ ਨਾਲ ਗੱਲ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਕੋਈ ਸਮੱਸਿਆ ਨਹੀਂ ਹੈ, ਵਿਕਾਸ ਅਜੇ ਬੱਚਾ ਹੈ, ਉਹ ਆਪਣੇ ਆਪ ਸਮਝ ਜਾਵੇਗਾ। ਖੈਰ, ਕੁਝ ਸਾਲ ਪਹਿਲਾਂ ਮੇਰੇ ਵੱਡੇ ਭਰਾ ਨੇ ਪਿੰਡ ਵਿੱਚ ਹਸਪਤਾਲ ਬਣਾਉਣ ਲਈ ਅਰਜ਼ੀ ਦਿੱਤੀ ਸੀ। ਉਨੀ ਦਿਨੀ ਇੱਕ ਟੀਮ ਪਿੰਡ
ਆਈ ਹੋਈ ਸੀ ਅਤੇ ਜ਼ਮੀਨ ਦੀ ਜਾਂਚ ਕਰ ਰਹੀ ਸੀ ਅਤੇ ਪਿੰਡ ਵਿੱਚ ਇੱਕ ਬਹੁਤ ਵੱਡੇ ਹਸਪਤਾਲ ਦੀ ਨੀਂਹ ਰੱਖੀ ਗਈ। ਉਹ ਸਾਰੇ ਲੋਕਾਂ ਦੇ ਡੇਰੇ ਵਿੱਚ ਰਹਿੰਦੇ ਸਨ। ਟੀਮ ਕੁਝ ਦਿਨਾਂ ਬਾਅਦ ਵਾਪਸ ਚਲੀ ਗਈ, ਪਰ ਇੱਕ ਵਿਅਕਤੀ ਸੀ ਜੋ ਪਿੱਛੇ ਨਹੀਂ ਹਟਿਆ ਅਤੇ ਉਸ ਦਾ ਨਾਮ ਦੀਪਕ ਸੀ। ਉਸ ਨੂੰ ਪਿੰਡ ਦਾ ਮਾਹੌਲ ਬਹੁਤ ਪਸੰਦ ਸੀ, ਇਸ ਲਈ ਪਿਤਾ ਤੋਂ ਇਜਾਜ਼ਤ ਲੈ ਕੇ ਉਸਨੇ ਕੁਝ ਦਿਨ ਇੱਥੇ ਰਹਿਣ ਦਾ ਫੈਸਲਾ ਕੀਤਾ। ਇੱਕ ਦਿਨ ਜਦੋਂ ਮੈਂ ਆਪਣੇ ਦੋਸਤਾਂ ਨਾਲ ਬਾਹਰ ਗਈ ਹੋਈ ਸੀ ਤਾਂ ਮੇਰੀ ਨਜ਼ਰ ਦੀਪਕ ਤੇ ਪਈ। ਮੈਨੂੰ ਦੀਪਕ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਿਆ। ਦੀਪਕ ਦੀਆਂ ਅੱਖਾਂ ਵਿੱਚ ਚਮਕ ਦੱਸ ਰਹੀ ਸੀ ਕਿ ਮੈਂ ਵੀ ਉਸ ਨੂੰ ਪਸੰਦ ਆ ਗਈ ਹਾਂ। ਅਤੇ ਫਿਰ ਅਗਲੀ ਵਾਰ ਮੈਂ ਖੁਦ ਦੀਪਕ ਨੂੰ ਮਿਲਣ ਗਈ। ਉਹ ਮੈਨੂੰ ਦੇਖ ਕੇ ਮੁਸਕਰਾਇਆ ਅਤੇ ਕਹਿਣ ਲੱਗਾ ਕਿ ਮੈਂ ਬਸ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ। ਉਸਨੇ ਮੈਨੂੰ ਆਪਣਾ ਮੋਬਾਈਲ ਨੰਬਰ ਦਿੱਤਾ। ਮੈਂ ਆਪਣੀ ਮਾਂ ਦੇ ਫੋਨ ਤੋਂ ਉਸ ਨੂੰ ਫੋਨ ਕੀਤਾ ਅਤੇ ਸਾਡਾ ਪਿਆਰ ਵਧਣ ਲੱਗਾ। ਉਸਨੇ ਕਿਹਾ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੁੰਦਾ ਹਾਂ। ਫਿਰ ਮੈਂ ਉਸ ਨੂੰ ਆਪਣੇ ਮੰਗੇਤਰ ਵਿਕਾਸ ਬਾਰੇ ਸਭ ਕੁਝ ਦੱਸਿਆ। ਉਹ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ। ਉਹ ਕਹਿਣ ਲੱਗਾ, ਉਹ ਤਾਂ ਬਹੁਤ ਹੀ ਅਜੀਬ ਇਨਸਾਨ ਹੈ। ਮੈਂ ਤਾਂ ਉਸ ਕੋਲ 2 ਮਿੰਟ ਵੀ ਨਹੀਂ ਰੁਕ ਸਕਦਾ। ਤੁਸੀਂ ਉਸ ਨਾਲ ਪੂਰੀ ਜ਼ਿੰਦਗੀ ਕਿਵੇਂ ਗੁਜ਼ਾਰੋਗੇ? ਮੈਂ ਦੀਪਕ ਨੂੰ ਕਿਹਾ, ਤੁਸੀਂ ਮੇਰੇ ਲਈ ਆਪਣਾ ਰਿਸ਼ਤਾ ਲੈ ਕੇ ਘਰ ਆਓ। ਕੀ ਪਤਾ ਮੇਰੇ ਮਾਤਾ ਪਿਤਾ ਨੂੰ ਮੇਰੇ ਤੇ ਤਰਸ ਆ ਜਾਵੇ। ਦੀਪਕ ਨੇ ਹਾਮੀ ਭਰੀ ਅਤੇ ਵਾਪਸ ਆਪਣੇ ਸ਼ਹਿਰ ਚਲਾ ਗਿਆ ਅਤੇ ਫਿਰ ਉਹ ਆਪਣੀ ਮਾਂ ਅਤੇ ਆਪਣੀ ਭੈਣ ਨਾਲ ਵਾਪਸ ਆ ਗਿਆ ਸੀ। ਉਸਨੇ ਮੇਰਾ ਰਿਸ਼ਤਾ ਮੰਗਿਆ, ਪਰ ਮੇਰੇ ਪਿਤਾ ਨੇ ਇਨਕਾਰ ਕਰ ਦਿੱਤਾ। ਮੈਂ ਬਹੁਤ ਬੇਚੈਨ ਹੋ ਗਈ। ਮੈਂ ਹਰ ਵੇਲੇ ਰੋਂਦੀ ਰਹਿੰਦੀ ਸੀ। ਮੇਰੀ ਭਰਜਾਈ ਅਤੇ ਮੇਰੀ ਮਾਂ ਮੇਰਾ ਦਿਲ ਬਹਿਲਾਉਣ ਦੀ ਕੋਸ਼ਿਸ਼ ਕਰਦੇ ਸਨ। ਇੱਕ ਦਿਨ ਮੈਂ ਪਿਤਾ ਜੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ। ਮੈਂ ਉਸ ਨੂੰ ਕਿਹਾ ਕਿ ਮੈਂ ਵਿਕਾਸ ਨਾਲ ਵਿਆਹ ਨਹੀਂ ਕਰ ਸਕਦੀ। ਪਾਪਾ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ, ਬੇਟਾ ਮੈਂ ਵਿਕਾਸ ਦੀ ਮਾਂ ਨੂੰ ਜ਼ੁਬਾਨ ਦੇ ਰੱਖੀ ਹੈ ਅਤੇ ਹੁਣ ਉਹ ਇਸ ਦੁਨੀਆ 'ਚ ਨਹੀਂ ਰਹੀ। ਮੈਂ ਵਿਕਾਸ ਦੀ ਮਾਂ ਨਾਲ ਕੀਤਾ ਹੋਇਆ ਵਾਅਦਾ ਤੋੜ ਨਹੀਂ ਸਕਦਾ। ਮੇਰੇ ਪਿਤਾ ਜੀ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਪਾਪਾ ਨੇ ਕਿਹਾ, ਕੋਈ ਗੱਲ ਨਹੀਂ, ਉਹ ਸਮੇਂ ਦੇ ਨਾਲ ਠੀਕ ਹੋ ਜਾਵੇਗਾ। ਜੇ ਕੋਈ ਔਰਤ ਚੰਗੀ ਅਤੇ ਵਫਾਦਾਰ ਹੈ ਤਾਂ ਉਹ ਸਭ ਤੋਂ ਭੈੜੇ ਲੜਕੇ ਨੂੰ ਵੀ ਠੀਕ ਕਰ ਸਕਦੀ ਹੈ। ਇਹ ਕਹਿ ਕੇ ਪਾਪਾ ਬਾਹਰ ਚਲੇ ਗਏ। ਮੈਂ ਉਸੇ ਵੇਲੇ ਦੀਪਕ ਨੂੰ ਫੋਨ ਕੀਤਾ। ਮੈਂ ਬੁਰੀ ਤਰ੍ਹਾਂ ਰੋ ਰਹੀ ਸੀ। ਉਸਨੇ ਕਿਹਾ, ਚਿੰਤਾ ਨਾ ਕਰੋ, ਮੈਂ ਤੁਹਾਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦਿਆਂ। ਮੈਂ ਤੁਹਾਨੂੰ ਲੈਣ ਆ ਰਿਹਾ ਹਾਂ। ਅਤੇ ਫਿਰ ਮੈਂ ਵੀ ਦੀਪਕ ਨਾਲ ਸ਼ਹਿਰ ਆ ਗਈ ਸੀ। ਮੈਨੂੰ ਪਤਾ ਸੀ ਕਿ ਮੇਰੇ ਪਿਤਾ ਦੀ ਬਦਨਾਮੀ ਹੋਵੇਗੀ, ਪਰ ਮੈਂ ਬੇਬਸ ਸੀ। ਮੈਂ ਦੀਪਕ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ। ਦੀਪਕ ਨੇ ਮੇਰੇ ਨਾਲ ਵਿਆਹ ਕਰਵਾ ਲਿਆ ਅਤੇ ਮੈਨੂੰ ਆਪਣੇ ਘਰ ਲੈ ਆਇਆ। ਪਰ ਜਦੋਂ ਦੀਪਕ ਦੀ ਮਾਂ ਨੂੰ ਪਤਾ ਲੱਗਾ ਕਿ ਦੀਪਕ ਮੈਨੂੰ ਘਰੋਂ ਕੱਢ ਕੇ ਲਿਆਇਆ ਹੈ ਤਾਂ ਉਹ ਕਹਿਣ ਲੱਗੀ, ਬੇਟਾ ਤੁਸੀਂ ਪਿੰਡ ਦੇ ਚੌਧਰੀਆਂ ਨੂੰ ਨਹੀਂ ਜਾਣਦੇ। ਮੈਨੂੰ ਡਰ ਹੈ ਕਿ ਉਹ ਸਾਨੂੰ ਕੁਝ ਨੁਕਸਾਨ ਪਹੁੰਚਾ ਸਕਦੇ ਹਨ। ਦੀਪਕ ਵੀ ਕਰੋੜਪਤੀ ਪਿਓ ਦਾ ਪੁੱਤਰ ਸੀ, ਪਰ ਮੇਰੀ ਸੱਸ ਦੇ ਕੁਝ ਪੁਰਾਣੇ ਵਿਚਾਰ ਸਨ। ਉਸ ਨੇ ਘਰੋਂ ਭੱਜੀ ਕੁੜੀ ਨੂੰ ਆਪਣੀ ਨੂੰਹ ਨਹੀਂ ਮੰਨਿਆ। ਉਸ ਨੇ ਮੇਰੇ ਅਤੇ ਦੀਪਕ ਵਿਚਕਾਰ ਦਰਾਰ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਦੀਪਕ ਇੱਕ ਚੰਗਾ ਪਤੀ ਸਾਬਤ ਹੋਇਆ। ਉਸਨੇ ਜ਼ਿੰਦਗੀ ਦੇ ਹਰ ਮੋੜ ਤੇ ਮੇਰਾ ਸਤਿਕਾਰ ਕੀਤਾ। ਇਹ ਵੀ ਰੱਬ ਦੀ ਮਿਹਰ ਸੀ ਕਿ ਮੇਰੇ ਪਿਤਾ ਜੀ ਅਤੇ ਭਰਾਵਾਂ ਨੇ ਮੇਰਾ ਪਿੱਛਾ ਨਹੀਂ ਕੀਤਾ, ਨਹੀਂ ਤਾਂ ਮੇਰੀ ਜ਼ਿੰਦਗੀ ਨਰਕ ਬਣ ਜਾਂਦੀ। ਖੈਰ, ਨਰਕ ਤਾਂ ਅਜੇ ਵੀ ਬਣੀ ਹੋਈ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਮੈਂ ਇੱਕ ਬਾਂਝ ਹਾਂ ਅਤੇ ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਸੀ। ਮੈਂ ਸੋਚਦੀ ਸੀ ਕਿ ਇਹ ਸਭ ਮੇਰੇ ਮਾਤਾ ਪਿਤਾ ਦੀਆਂ ਬਦਦੁਆਵਾਂ ਦਾ ਨਤੀਜਾ ਤਾਂ ਨਹੀਂ ਹੈ। ਖੈਰ, ਮੈਂ ਆਪਣੇ ਪਤੀ ਦਾ ਦੂਜੀ ਵਾਰ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ। ਮੈਂ ਆਪਣੀ ਸੱਸ ਦੀ ਇੱਜ਼ਤ ਦੇ ਅੱਗੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਣਾ ਚਾਹੁੰਦੀ ਸੀ। ਇਸੇ ਲਈ ਮੈਂ ਆਪਣੀ ਸੱਸ ਤੋਂ ਚੋਰੀ ਛਿਪੇ ਕੁਝ ਪੈਸਿਆਂ ਦੇ ਬਦਲੇ ਇਲਾਕੇ ਦੀ ਇੱਕ ਔਰਤ ਨੂੰ ਆਪਣੇ ਨਾਲ ਮਿਲਾ ਲਈ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਕਿਸੇ ਗਰੀਬ ਬੇਸਹਾਰਾ ਕੁੜੀ ਦਾ ਰਿਸ਼ਤਾ ਲਿਆ ਕੇ ਦਿਓ ਅਤੇ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਹੋਣਾ ਚਾਹੀਦਾ। ਉਸ ਔਰਤ ਨੇ ਮੈਨੂੰ ਬਹੁਤ ਹੀ ਗੁਪਤ ਤਰੀਕੇ ਨਾਲ ਆਪਣੇ ਘਰ ਬੁਲਾਇਆ ਸੀ ਅਤੇ ਉਸ ਨੇ ਮੇਰੇ ਸਾਹਮਣੇ ਇੱਕ ਲੜਕੀ ਦੀ ਤਸਵੀਰ ਰੱਖੀ ਹੋਈ ਸੀ। ਮੈਂ ਉਸ ਦੀ ਖੂਬਸੂਰਤੀ ਦੇਖ ਕੇ ਦੰਗ ਰਹਿ ਗਈ। ਇਉਂ ਲੱਗਦਾ ਸੀ ਜਿਵੇਂ ਉਹ 14ਵੀਂ ਦੇ ਚੰਦ ਦਾ ਟੁਕੜਾ ਹੋਵੇ। ਰਿਸ਼ਤਾ ਕਰਵਾਉਣ ਵਾਲੀ ਔਰਤ ਨੇ ਦੱਸਿਆ ਕਿ ਇਹ ਲੜਕੀ ਅਨਾਥ ਹੈ ਅਤੇ ਆਪਣੇ ਚਾਚੇ ਨਾਲ ਰਹਿੰਦੀ ਹੈ। ਉਸ ਦੀ ਚਾਚੀ ਦਾ ਕਹਿਣਾ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਘਰ ਚਲੀ ਜਾਵੇ
ਕੁੜੀ ਦੀ ਤਸਵੀਰ ਦੇਖ ਕੇ ਮੈਂ ਆਂਟੀ ਨੂੰ ਕਿਹਾ, ਮੈਂ ਕਦੇ ਵੀ ਆਪਣੀ ਪਤੀ ਦਾ ਇਸ ਕੁੜੀ ਨਾਲ ਵਿਆਹ ਨਹੀਂ ਕਰਵਾਵਾਂਗੀ। ਇਸ ਦੇ ਹੁਸਨ ਨੂੰ ਦੇਖ ਕੇ ਮੇਰਾ ਪਤੀ ਜ਼ਰੂਰ ਇਸ ਦੇ ਪਿਆਰ ਵਿੱਚ ਪਾਗਲ ਹੋ ਜਾਵੇਗਾ। ਔਰਤ ਨੇ ਕਿਹਾ, ਬੇਟਾ ਇਹ ਰਿਸ਼ਤਾ ਬਹੁਤ ਵਧੀਆ ਹੈ, ਇਸ ਨੂੰ ਜਾਣ ਨਾ ਦਿਓ। ਉਹ ਇੱਕ ਬਹੁਤ ਹੀ ਸਧਾਰਨ ਕੁੜੀ ਹੈ, ਉਹ ਤੁਹਾਡੇ ਥੱਲੇ ਲੱਗ ਕੇ ਰਹੇਗੀ। ਮੇਰਾ ਦਿਲ ਤਾਂ ਨਹੀਂ ਮੰਨ ਰਿਹਾ ਸੀ, ਪਰ ਮੈਂ ਉਸ ਨੈਣਾ ਨਾਂ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਕਰ ਲਿਆ। ਜਦੋਂ ਮੈਂ ਤਸਵੀਰ ਲੈ ਕੇ ਘਰ ਆਈ ਤਾਂ ਬਹੁਤ ਅਜੀਬ ਨਜ਼ਾਰਾ ਦੇਖਿਆ। ਮੇਰਾ ਪਤੀ ਸੋਫੇ ਤੇ ਬੈਠਾ ਸੀ, ਜਦੋਂ ਕਿ ਮੇਰੀ ਸੱਸ ਅਤੇ ਨਨਾਣ ਉਸ ਦੇ ਸਾਹਮਣੇ ਬੈਠੀਆਂ ਸਨ। ਮੇਰੀ ਨਣਦ ਨੇ ਕਿਹਾ, ਭਾਈ ਤੁਸੀਂ ਬਾਂਝ ਕੁੜੀ ਨਾਲ ਜ਼ਿੰਦਗੀ ਕਿਉਂ ਗੁਜ਼ਾਰਨਾ ਚਾਹੁੰਦੇ ਹੋ? ਮੰਮੀ ਨੇ ਅਤੇ ਮੈਂ ਤੁਹਾਡੇ ਲਈ ਇੱਕ ਬਹੁਤ ਚੰਗੀ ਕੁੜੀ ਲੱਭੀ ਹੈ, ਤੁਸੀਂ ਉਸ ਨਾਲ ਵਿਆਹ ਕਰਵਾ ਲਓ। ਜਿਸ ਤੇ ਦੀਪਕ ਨੇ ਕਿਹਾ, ਤੁਸੀਂ ਦੋਵੇਂ ਬੱਸ ਵੀ ਕਰੋ, ਮੈਂ ਆਪਣੀ ਪਸੰਦ ਦਾ ਵਿਆਹ ਕਰਕੇ ਇੰਨਾ ਵੱਡਾ ਗੁਨਾਹ ਨਹੀਂ ਕੀਤਾ ਕਿ ਤੁਸੀਂ ਮੈਨੂੰ ਹਰ ਵੇਲੇ ਤਾਨੇ ਮਾਰਦੇ ਰਹੋ। ਮੈਂ ਤੁਹਾਨੂੰ ਕਿਹਾ ਹੈ ਕਿ ਮੈਂ ਪਾਰੁਲ ਤੋਂ ਇਲਾਵਾ ਕਿਸੇ ਨੂੰ ਸਵੀਕਾਰ ਨਹੀਂ ਕਰਾਂਗਾ। ਉਹ ਮੇਰੀ ਪਤਨੀ ਹੈ ਅਤੇ ਮਰਦੇ ਦਮ ਤੱਕ ਮੇਰੀ ਪਤਨੀ ਰਹੇਗੀ। ਦੀਪਕ ਦੀਆਂ ਗੱਲਾਂ ਸੁਣ ਕੇ ਜਿੱਥੇ ਮੇਰੀ ਸੱਸ ਤੇ ਨਣਦ ਦੀਆਂ ਗੱਲਾਂ ਨੇ ਮੇਰਾ ਦਿਲ ਵਿੰਨਿਆ ਸੀ, ਉੱਥੇ ਦੀਪਕ ਦੀਆਂ ਗੱਲਾਂ ਸੁਣ ਕੇ ਮੈਂ ਖੁਸ਼ ਸੀ। ਮੈਂ ਉਸ ਨੂੰ ਬਿਨਾਂ ਕੁਝ ਕਹੇ ਕਮਰੇ ਵਿੱਚੋਂ ਚਲੀ ਗਈ। ਕੁਝ ਦੇਰ ਬਾਅਦ ਦੀਪਕ ਵੀ ਮੇਰੇ ਪਿੱਛੇ ਆ ਗਿਆ। ਉਹ ਕਹਿਣ ਲੱਗਾ, ਮਾਂ ਭੈਣ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਿਓ। ਮੈਂ ਕਿਹਾ, ਤੁਹਾਨੂੰ ਦੂਜਾ ਵਿਆਹ ਕਰ ਲੈਣਾ ਚਾਹੀਦਾ ਹੈ। ਦੀਪਕ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ। ਉਸਨੇ ਕਿਹਾ, ਮੈਂ ਅਜਿਹਾ ਬਿਲਕੁਲ ਨਹੀਂ ਕਰ ਸਕਦਾ। ਮੈਂ ਕਿਹਾ, ਮੈਂ ਤੈਨੂੰ ਦੂਜੇ ਵਿਆਹ ਦੀ ਇਜਾਜ਼ਤ ਦੇ ਰਹੀ ਹਾਂ, ਪਰ ਤੂੰ ਮੇਰੀ ਪਸੰਦ ਦੀ ਕੁੜੀ ਨਾਲ ਹੀ ਵਿਆਹ ਕਰੇਗਾ, ਆਪਣੀ ਮਾਂ ਦੀ ਪਸੰਦ ਦੀ ਕੁੜੀ ਨਾਲ ਨਹੀਂ। ਦੀਪਕ ਨੇ ਕਿਹਾ, ਮੈਂ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਸਵੀਕਾਰ ਨਹੀਂ ਕਰ ਸਕਦਾ, ਚਾਹੇ ਉਹ ਤੁਹਾਡੇ ਪਸੰਦ ਦੀ ਹੋ, ਚਾਹੇ ਮੰਮੀ ਦੇ ਪਸੰਦ ਦੀ। ਮੈਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ। ਮੈਂ ਬੋਲੀ, ਮੈਨੂੰ ਬੱਚੇ ਦੀ ਇੱਛਾ ਹੈ, ਤੁਹਾਡਾ ਵਿਆਹ ਹੋ ਜਾਵੇਗਾ ਤਾਂ ਆਪਣੇ ਘਰ ਵੀ ਬੱਚੇ ਹੋਣਗੇ, ਮੇਰੀ ਤੜਫਦੀ ਹੋਈ ਮਮਤਾ ਨੂੰ ਵੀ ਸਕੂਨ ਮਿਲ ਜਾਵੇਗਾ। ਦੀਪਕ ਨੇ ਮਨਾ ਕਰ ਦਿੱਤਾ ਅਤੇ ਕਮਰੇ ਤੋਂ ਬਾਹਰ ਚਲਾ ਗਿਆ। ਮੈਂ ਉੱਥੇ ਬੈਠੀ ਰੋਂਦੀ ਰਹੀ, ਪਰ ਮੈਨੂੰ ਬੱਚਿਆਂ ਦੀ ਕੋਈ ਇੱਛਾ ਨਹੀਂ ਸੀ। ਇਹ ਸਭ ਬਸ ਮੈਂ ਦੀਪਕ ਨੂੰ ਖੋਣ ਦੇ ਡਰ ਤੋਂ ਕਰ ਰਹੀ ਸੀ। ਅਤੇ ਕੁਝ ਦਿਨ ਮੇਰੇ ਅਤੇ ਦੀਪਕ ਦੇ ਵਿਚਕਾਰ ਨਾਰਾਜ਼ਗੀ ਰਹੀ, ਪਰ ਮੈਂ ਬਹੁਤ ਰੋਈ ਅਤੇ ਉਸ ਨੂੰ ਦੂਜੇ ਵਿਆਹ ਲਈ ਮਨਾ ਲਿਆ। ਪਰ ਮੈਂ ਖੁਸ਼ ਨਹੀਂ ਸੀ। ਮੈਂ ਨੈਣਾ ਨੂੰ ਆਪਣੀ ਸਹੇਲੀ ਬਣਾ ਲਈ ਸੀ ਅਤੇ ਜਿਸ ਦਿਨ ਨੈਣਾ ਮੇਰੀ ਸੌਤਣ ਬਣ ਕੇ ਮੇਰੇ ਘਰ ਆਈ ਸੀ ਤੇ ਮੇਰੀ ਸੱਸ ਨੇ ਬਹੁਤ ਹੰਗਾਮਾ ਕੀਤਾ। ਉਸ ਨੇ ਦੀਪਕ ਨਾਲ ਬਹੁਤ ਲੜਾਈ ਕੀਤੀ ਸੀ ਕਿ ਘੱਟੋ ਘੱਟ ਉਹ ਦੂਜਾ ਵਿਆਹ ਤਾਂ ਮੇਰੀ ਇੱਛਾ ਅਨੁਸਾਰ ਕਰਵਾ ਲੈਂਦਾ। ਆਪਣੀ ਸੱਸ ਨੂੰ ਸੜਦੀ ਦੇਖ ਕੇ ਮੈਨੂੰ ਬਹੁਤ ਰਾਹਤ ਮਹਿਸੂਸ ਹੋਣੀ ਚਾਹੀਦੀ ਸੀ, ਪਰ ਮੈਂ ਸਾਰੀ ਰਾਤ ਅੰਗਾਰਿਆਂ ਤੇ ਹੀ ਕੱਟੀ ਸੀ। ਮੈਂ ਸਾਰੀ ਰਾਤ ਰੋਂਦੀ ਰਹੀ। ਇਹ ਖਿਆਲ ਮੇਰੀ ਰੂਹ ਨੂੰ ਵਿੰਨਣ ਲਈ ਕਾਫੀ ਸੀ ਕਿ ਜਿਸ ਵਿਅਕਤੀ ਦੀਆਂ ਅੱਖਾਂ ਵਿੱਚ ਮੇਰੇ ਲਈ ਸਿਰਫ ਪਿਆਰ ਸੀ, ਅੱਜ ਉਹ ਕਿਸੇ ਹੋਰ ਨੂੰ ਦੇਖ ਕੇ ਮੁਸਕਰਾ ਰਿਹਾ ਹੋਵੇਗਾ। ਜਿਸ ਦੀਆਂ ਬਾਹਾਂ ਵਿੱਚ ਮੈਂ ਹੁਣ ਤੱਕ ਸੌਂਦੀ ਸੀ, ਅੱਜ ਕੋਈ ਹੋਰ ਉਸ ਦੀਆਂ ਬਾਹਾਂ ਵਿੱਚ ਸੌਂ ਰਹੀ ਹੋਵੇਗੀ। ਮੈਨੂੰ ਕਿਸੇ ਵੀ ਪਲ ਸ਼ਾਂਤੀ ਨਹੀਂ ਮਿਲ ਰਹੀ ਸੀ। ਮੈਂ ਸਾਰੀ ਰਾਤ ਦੁੱਖ ਵਿੱਚ ਨਿਗਾਹ ਦਿੱਤੀ ਸੀ। ਜਦੋਂ ਸਵੇਰ ਹੋਈ, ਮੈਂ ਜਲਦੀ ਆਪਣੇ ਕਮਰੇ ਤੋਂ ਬਾਹਰ ਆ ਗਈ ਕਿਉਂਕਿ ਮੈਂ ਦੀਪਕ ਨੂੰ ਮਿਲਣਾ ਚਾਹੁੰਦੀ ਸੀ, ਪਰ ਉਹ ਦਿਨ ਦੇ 11 ਵਜੇ ਤੋਂ ਬਾਅਦ ਵੀ ਕਮਰੇ ਤੋਂ ਬਾਹਰ ਨਹੀਂ ਆਇਆ। ਜਦੋਂ ਮੈਂ ਆਪਣੀ ਸੌਤਣ ਨੈਣਾ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਦੀਪਕ ਸੌਂ ਰਿਹਾ ਹੈ। ਮੈਂ ਉਸ ਵੱਲ ਦੇਖਿਆ ਅਤੇ ਕਿਹਾ, ਤੁਸੀਂ ਉਸ ਨੂੰ ਜਗਾਇਆ ਕਿਉਂ ਨਹੀਂ? ਨੈਣਾ ਰੋਣ ਲੱਗ ਪਈ ਅਤੇ ਕਹਿਣ ਲੱਗੀ, ਦੀਪਕ ਨੇ ਮੈਨੂੰ ਕਿਹਾ ਹੈ ਕਿ ਉਸ ਨੇ ਇਹ ਵਿਆਹ ਤੁਹਾਡੀ ਜਿੱਦ ਕਰਕੇ ਹੀ ਕੀਤਾ ਹੈ ਅਤੇ ਹੁਣ ਮੈਂ ਕਿਸੇ ਵੀ ਤਰ੍ਹਾਂ ਉਸ ਤੇ ਆਪਣਾ ਹੱਕ ਨਹੀਂ ਜਤਾਵਾਂਗੀ ਤਾਂ ਉਹ ਮੈਨੂੰ ਤਲਾਕ ਦੇ ਕੇ ਘਰੋਂ ਕੱਢ ਦੇਵੇਗਾ। ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਕਿ ਮੈਂ ਉਹਨਾਂ ਨੂੰ ਜਗਾਉਣ ਦੀ ਹਿੰਮਤ ਨਹੀਂ ਕਰਦੀ। ਜੇ ਉਹ ਮੈਨੂੰ ਘਰੋਂ ਕੱਢ ਦਿੰਦੇ ਹਨ ਤਾਂ ਮੈਂ ਕਿੱਥੇ ਜਾਵਾਂਗੀ? ਮੈਂ ਦੁਬਾਰਾ ਆਪਣੀ ਚਾਚੀ ਦੇ ਘਰ ਜਾਣ ਬਾਰੇ ਸੋਚ ਵੀ ਨਹੀਂ ਸਕਦੀ। ਮੇਰੀ ਚਾਚੀ ਮੈਨੂੰ ਬਹੁਤ ਤੰਗ ਕਰਦੀ ਹੈ। ਰਿਸ਼ਤਾ ਤੈਅ ਕਰਨ ਵਾਲੀ ਆਂਟੀ ਨੇ ਸੱਚਮੁੱਚ ਮੈਨੂੰ ਬਹੁਤ ਹੀ ਲਾਚਾਰ ਕੁੜੀ ਲੱਭ ਕੇ ਦਿੱਤੀ ਸੀ। ਖੈਰ, ਮੈਂ ਸੋਚਿਆ ਕਿ ਦੀਪਕ ਮੇਰੇ ਨਾਲ ਨਾਰਾਜ਼ ਹੋਵੇਗਾ। ਜਦੋਂ ਮੂਡ ਆਪਣੇ ਆਪ ਸੁਧਰੇਗਾ ਤਾਂ ਕਮਰੇ ਤੋਂ ਬਾਹਰ ਆ ਜਾਵੇਗਾ, ਪਰ ਇਹ ਮੇਰੀ ਗਲਤ ਫਹਿਮੀ ਸੀ। ਅੱਜ ਦੀਪਕ ਦੇ ਵਿਆਹ ਦਾ ਤੀਜਾ ਦਿਨ ਸੀ, ਪਰ ਉਹ ਅਜੇ ਕਮਰੇ ਤੋਂ ਬਾਹਰ ਨਹੀਂ ਆਇਆ ਸੀ।
ਹੁਣ ਅਜੀਬੋ-ਗਰੀਬ ਵਿਚਾਰਾਂ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਰ ਇੱਕ ਦਿਨ ਜਦੋਂ ਨੈਣਾ ਰਸੋਈ ਵਿੱਚ ਰੁੱਝੀ ਹੋਈ ਸੀ, ਮੈਂ ਛੱਤ ਉੱਤੇ ਉਸਦੇ ਕਮਰੇ ਵਿੱਚ ਗਈ। ਦੀਪਕ ਆਪਣੇ ਮੋਬਾਈਲ ਤੇ ਰੁੱਝਿਆ ਹੋਇਆ ਸੀ। ਪੈਰਾਂ ਦੀ ਆਵਾਜ਼ ਸੁਣ ਕੇ ਉਸਨੇ ਕਿਹਾ, ਮੇਰੀ ਪਿਆਰੀ ਨੈਣਾ ਆਈ ਹੈ। ਇਹ ਸ਼ਬਦ ਹਥੌੜੇ ਵਾਂਗ ਮੇਰੇ ਸਿਰ ਤੇ ਵੱਜੇ। ਮੈਂ ਉਹੀ ਕਦਮ ਚੁੱਕ ਕੇ ਵਾਪਸ ਆ ਗਈ ਕਿ ਨੈਣਾ ਨੇ ਸਿਰਫ 3 ਦਿਨਾਂ ਵਿੱਚ ਦੀਪਕ ਨੂੰ ਆਪਣਾ ਬਣਾ ਲਿਆ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੇਰੇ ਦਿਲ ਨੂੰ ਬਹੁਤ ਦਰਦ ਹੋ ਰਿਹਾ ਸੀ। ਜਦੋਂ ਮੈਂ ਆਪਣੀ ਸੱਸ ਦੇ ਕਮਰੇ ਵੱਲ ਵਧੀ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਨਣਦ ਵੀ ਆ ਗਈ ਹੈ। ਮੇਰੀ ਸੱਸ ਆਪਣੀ ਧੀ ਨੂੰ ਕਹਿ ਰਹੀ ਸੀ ਕਿ ਦੇਖ ਤੇਰੀ ਮਾਂ ਕਿੰਨੀ ਸਿਆਣੀ ਹੈ। ਮੈਂ ਇੱਕ ਹੀ ਚਾਲ ਚੱਲੀ ਤੇ ਸੱਪ ਵੀ ਮਰ ਗਿਆ ਤੇ ਸੋਟੀ ਵੀ ਨਾ ਟੁੱਟੀ। ਅਤੇ ਪਾਰੁਲ ਨੂੰ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੇ ਪਤੀ ਦਾ ਵਿਆਹ ਮੇਰੀ ਪਸੰਦ ਦੀ ਕੁੜੀ ਨਾਲ ਕਰਵਾਇਆ ਹੈ। ਅਤੇ ਫਿਰ ਦੀਪਕ ਨੂੰ ਵੀ ਪਹਿਲੀ ਨਜ਼ਰ ਵਿੱਚ ਹੀ ਨੈਣਾ ਨਾਲ ਪਿਆਰ ਹੋ ਗਿਆ। ਇਹ ਸਭ ਉਸ ਲਾਲਚੀ ਔਰਤ ਕਾਰਨ ਹੋਇਆ ਹੈ ਜਿਸ ਨੇ ਪਾਰੁਲ ਨੂੰ ਮੂਰਖ ਬਣਾਇਆ ਸੀ। ਇਹ ਸਭ ਸੁਣ ਕੇ ਮੇਰਾ ਦਿਲ ਧੜਕਣ ਲੱਗਾ। ਮੇਰੀ ਸੱਸ ਨੇ ਅੱਗੇ ਕਿਹਾ ਕਿ ਮੈਂ ਗਰਭ ਅਵਸਥਾ ਨੂੰ ਰੋਕਣ ਲਈ ਪਾਰੁਲ ਨੂੰ ਇੰਨੀਆਂ ਗੋਲੀਆਂ ਦਿੱਤੀਆਂ ਹਨ ਕਿ ਹੁਣ ਉਹ ਅਸਲ ਵਿੱਚ ਬਾਂਝ ਹੋ ਗਈ ਹੈ। ਲਫ਼ਜ਼ ਇਹ ਸਨ ਕਿ ਮੇਰੇ ਸਰੀਰ ਤੇ ਪੱਥਰਾਂ ਵਾਂਗ ਬਰਸ ਰਹੇ ਸਨ। ਮੈਂ ਝੱਟ ਆਪਣੇ ਪਤੀ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਦੱਸ ਦਿੱਤਾ ਕਿ ਤੁਸੀਂ ਆਪਣੀ ਮਾਂ ਅਤੇ ਆਪਣੀ ਭੈਣ ਦੀਆਂ ਗੱਲਾਂ ਸੁਣੋ ਕਿ ਉਹਨਾਂ ਨੇ ਮੇਰੇ ਨਾਲ ਕਿੰਨਾ ਵੱਡਾ ਗੁਨਾਹ ਕੀਤਾ ਹੈ। ਜਦੋਂ ਮੈਂ ਦੀਪਕ ਦੇ ਕਮਰੇ ਵੱਲ ਗਈ ਤਾਂ ਉਹ ਨੈਣਾ ਨੂੰ ਕਹਿ ਰਿਹਾ ਸੀ ਕਿ ਮੈਂ ਭਾਵੁਕ ਹੋ ਕੇ ਬਹੁਤ ਗਲਤ ਫੈਸਲਾ ਲਿਆ ਹੈ। ਵਿਆਹ ਤੋਂ ਕੁਝ ਸਮੇਂ ਬਾਅਦ ਜਦੋਂ ਮੈਂ ਪਾਰੁਲ ਨੂੰ ਲੈ ਕੇ ਭੱਜ ਆਇਆ ਸੀ ਤਾਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਾਰੁਲ ਦੇ ਭਰਾਵਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਮੇਰੇ ਨਾਲ ਆਈ ਹੈ। ਇਸ ਲਈ ਉਹ ਮੈਨੂੰ ਫੋਨ ਕਰਦੇ ਰਹੇ ਅਤੇ ਧਮਕੀਆਂ ਦਿੰਦੇ ਰਹੇ ਕਿ ਸਾਡੀ ਭੈਣ ਜ਼ਰੂਰ ਘਰੋਂ ਭੱਜ ਗਈ ਹੈ ਪਰ ਉਹ ਅਜੇ ਇਕੱਲੀ ਨਹੀਂ ਹੈ। ਜੇਕਰ ਤੁਸੀਂ ਸਾਡੀ ਭੈਣ ਦਾ ਖਿਆਲ ਨਹੀਂ ਰੱਖਿਆ ਤਾਂ ਤੁਹਾਡੇ ਨਤੀਜੇ ਮਾੜੇ ਹੋਣਗੇ। ਮੈਂ ਉੱਥੇ ਰਹਿ ਕੇ ਆਇਆ ਸੀ। ਮੈਂ ਜਾਣਦਾ ਹਾਂ ਕਿ ਉਹ ਲੋਕ ਕਿੰਨੇ ਖਤਰਨਾਕ ਹਨ। ਇਸ ਲਈ ਮੈਂ ਪਾਰੁਲ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਹੁਣ ਮੰਮੀ ਨੇ ਇਲਾਕੇ ਦੀ ਇੱਕ ਔਰਤ ਨਾਲ ਮਿਲ ਕੇ ਮੇਰੀ ਪਤਨੀ ਨੂੰ ਪਾਗਲ ਬਣਾ ਦਿੱਤਾ ਅਤੇ ਉਸ ਦੇ ਹੱਥੋਂ ਮੈਂ ਤੇਰਾ ਤੇ ਮੇਰੇ ਪਿਆਰ ਦਾ ਵਿਆਹ ਕਰਵਾ ਲਿਆ। ਤੂੰ ਵੀ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ। ਹੁਣ ਜ਼ਿੰਦਗੀ ਭਰ ਤੁਸੀਂ ਮੇਰੇ ਨਾਲ ਹੋਵੋਗੇ। ਮੈਂ ਕੀ ਸੁਣ ਰਹੀ ਸੀ ਕਿ ਇਹ ਉਹੀ ਦੀਪਕ ਸੀ ਜਿਸ ਕਰਕੇ ਮੈਂ ਖੁਦ ਨੂੰ ਦਾਅ ਤੇ ਲਾਇਆ ਸੀ। ਮੈਂ ਸ਼ਾਂਤ ਕਦਮਾਂ ਨਾਲ ਦੀਪਕ ਦੇ ਕਮਰੇ ਵਿੱਚ ਗਈ। ਉਹ ਮੈਨੂੰ ਆਪਣੇ ਸਾਹਮਣੇ ਦੇਖ ਕੇ ਹੈਰਾਨ ਰਹਿ ਗਿਆ। ਉਸ ਨੂੰ ਸ਼ਾਇਦ ਇਹ ਉਮੀਦ ਨਹੀਂ ਸੀ ਕਿ ਮੈਂ ਉਸ ਦਾ ਰਾਜ਼ ਇੰਨੀ ਜਲਦੀ ਜਾਣ ਲਵਾਂਗੀ। ਮੈਂ ਦੀਪਕ ਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਛੱਡਣਾ ਹੀ ਸੀ ਤਾਂ ਮੈਨੂੰ ਉਸੇ ਤਰ੍ਹਾਂ ਹੀ ਛੱਡ ਦਿੰਦੇ। ਮੈਨੂੰ ਨਸਬੰਦੀ ਕਰਨਾ ਜ਼ਰੂਰੀ ਸੀ ਕਿ ਕਿਸੇ ਵਿਅਕਤੀ ਤੋਂ ਪਰਮਾਤਮਾ ਵੱਲੋਂ ਦਿੱਤੀ ਦਾਤ ਖੋਣਾ ਉਸ ਦਾ ਕਤਲ ਕਰਨ ਦੇ ਬਰਾਬਰ ਹੈ। ਤੁਸੀਂ ਸਾਰਿਆਂ ਨੇ ਮਿਲ ਕੇ ਮੈਨੂੰ ਮਾਰਿਆ ਹੈ। ਇਹ ਕਹਿ ਕੇ ਮੈਂ ਉਸਦੇ ਕਮਰੇ ਵਿੱਚੋਂ ਬਾਹਰ ਆ ਗਈ। ਉਹ ਮੇਰੇ ਪਿੱਛੇ ਆ ਗਿਆ। ਕਮਰੇ ਦਾ ਦਰਵਾਜ਼ਾ ਖੜਕਾਉਂਦਾ ਰਿਹਾ ਪਰ ਮੈਂ ਦਰਵਾਜ਼ਾ ਨਾ ਖੋਲ੍ਹਿਆ ਅਤੇ ਫਿਰ ਉਸੇ ਰਾਤ ਉਸਨੇ ਦੀਪਕ ਦੇ ਘਰ ਅਤੇ ਉਸਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਛੱਡ ਦਿੱਤਾ। ਮੈਂ ਹੁਣ ਇੱਕ ਅਨਾਥ ਆਸ਼ਰਮ ਵਿੱਚ ਰਹਿੰਦੀ ਹਾਂ। ਮੈਂ ਅਜੇ ਤੱਕ ਦੀਪਕ ਨੂੰ ਤਲਾਕ ਨਹੀਂ ਦਿੱਤਾ ਹੈ। ਮੈਂ ਹੁਣ ਕਿਸੇ ਮਰਦ ਤੇ ਵਿਸ਼ਵਾਸ ਨਹੀਂ ਕਰ ਸਕਦੀ ਸੀ ਤਾਂ ਹੁਣ ਫਿਰ ਤਲਾਕ ਲੈਣ ਦਾ ਕੀ ਫਾਇਦਾ। ਮੈਂ ਮੰਮੀ ਨਾਲ ਫੋਨ ਤੇ ਗੱਲ ਕਰ ਲੈਂਦੀ ਸੀ। ਉਹ ਮੈਨੂੰ ਮਿਲਣ ਵੀ ਆਉਂਦੀ ਸੀ ਅਤੇ ਘਰ ਲੈ ਕੇ ਜਾਣਾ ਚਾਹੁੰਦੀ ਸੀ। ਫਿਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਭਾਈ ਅਤੇ ਪਿਤਾ ਜੀ ਦਾ ਸਾਹਮਣਾ ਕਰ ਸਕਾਂ। ਇੱਕ ਦਿਨ ਮੈਂ ਆਪਣੀ ਕਿਸਮਤ ਤੋਂ ਦੁਖੀ ਹੋ ਕੇ ਹੰਝੂ ਵਹਾ ਰਹੀ ਸੀ ਜਦੋਂ ਬਾਹਰ ਬੈਠਾ ਗਾਰਡ ਮੇਰੇ ਕੋਲ ਆਇਆ। ਉਸਦੇ ਹੱਥ ਵਿੱਚ ਇੱਕ ਲਿਫਾਫਾ ਸੀ। ਮੈਨੂੰ ਦਿੰਦੇ ਹੋਏ ਉਹ ਬੋਲਿਆ, ਮੈਡਮ ਇਹ ਲਿਫਾਫਾ ਤੁਹਾਡੇ ਲਈ ਇੱਕ ਆਦਮੀ ਨੇ ਭੇਜਿਆ ਹੈ। ਜਿਵੇਂ ਹੀ ਮੈਂ ਉਸ ਲਿਫਾਫੇ ਨੂੰ ਦੇਖਿਆ ਮੇਰਾ ਪਹਿਲਾ ਖਿਆਲ ਦੀਪਕ ਦਾ ਸੀ ਅਤੇ ਉਹ ਖਿਆਲ ਨਾਲ ਮੇਰੇ ਦਿਲ ਵਿੱਚ ਬਹੁਤ ਨਫ਼ਰਤ ਪੈਦਾ ਹੋ ਗਈ ਸੀ। ਹੁਣ ਮੈਨੂੰ ਦੀਪਕ ਦੇ ਨਾਮ ਤੋਂ ਬਹੁਤ ਨਫ਼ਰਤ ਹੋਣ ਲੱਗੀ। ਆਪਣੇ ਆਪ ਤੇ ਹੱਸਦੀ ਸੀ ਕਿ ਮੈਂ ਦੀਪਕ ਨੂੰ ਦਿਲੋਂ ਪਿਆਰ ਕਰਦੀ ਸੀ। ਮੈਂ ਚਾਹੁੰਦੀ ਸੀ ਕਿ ਹੁਣੇ ਉਹ ਲਿਫਾਫਾ ਚੁੱਕ ਕੇ ਬਾਹਰ ਸੁੱਟ ਦੇਵਾਂ ਅਤੇ ਆਪਣੇ ਇਸ ਵਿਚਾਰਾਂ ਨੂੰ ਪੂਰਾ ਕਰਨ ਲਈ ਮੈਂ ਅੱਗੇ ਵਧ ਰਹੀ ਸੀ। ਪਰ ਫਿਰ ਮੈਂ ਸੋਚਿਆ ਕਦੋਂ ਤੋਂ ਦੀਪਕ ਮੇਰੇ ਤੇ ਇੰਨਾ ਮਿਹਰਬਾਨ ਹੋ ਸਕਦਾ ਹੈ ਕਿ ਉਹ ਮੈਨੂੰ ਤੋਹਫਾ ਭੇਜੇ। ਉਹ ਉਸ ਨੈਣਾ ਦੀਆਂ ਨਜ਼ਰਾਂ
ਵਿੱਚ ਗੁਆਚ ਗਿਆ ਹੈ ਅਤੇ ਉਸ ਨੇ ਅਤੇ ਉਸ ਦੀ ਮਾਂ ਨੇ ਮੇਰੇ ਨਾਲ ਜੋ ਕੀਤਾ, ਉਸ ਤੋਂ ਬਾਅਦ ਮੈਂ ਦੀਪਕ ਨਾਲ ਗੱਲ ਵੀ ਨਹੀਂ ਕਰ ਸਕਦੀ। ਕੁਝ ਟਾਈਮ ਸੋਚ ਕੇ ਮੈਂ ਉਸ ਗਾਰਡ ਤੋਂ ਉਹ ਲਿਫਾਫਾ ਲਿਆ ਅਤੇ ਕਮਰੇ ਦੇ ਅੰਦਰ ਆ ਕੇ ਬੈਠ ਗਈ। ਜਦੋਂ ਮੈਂ ਉਹ ਲਿਫਾਫਾ ਖੋਲ੍ਹਿਆ ਤਾਂ ਮੈਂ ਹੈਰਾਨ ਹੋ ਗਈ, ਕਿਉਂਕਿ ਉਸ ਵਿੱਚ ਇੱਕੋ ਜਿਹੇ ਰੰਗ ਬਿਰੰਗੇ ਕੰਚ ਦੀਆਂ ਚੂੜੀਆਂ ਸਨ। ਜਿਵੇਂ ਹੀ ਮੈਂ ਉਹਨਾਂ ਚੂੜੀਆਂ ਨੂੰ ਦੇਖਿਆ ਜੋ ਵਿਕਾਸ ਨੇ ਮੈਨੂੰ ਦਿੱਤੀਆਂ ਸਨ, ਵਿਕਾਸ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਚਮਕ ਗਿਆ। ਹੋ ਜਾਂ ਨਾ ਹੋ, ਇਹ ਚੂੜੀਆਂ ਮੈਨੂੰ ਵਿਕਾਸ ਨੇ ਭੇਜੀਆਂ ਸੀ। ਮੈਂ ਝੱਟ ਦਰਵਾਜ਼ੇ ਵੱਲ ਭੱਜੀ ਅਤੇ ਗਾਰਡ ਨੂੰ ਪੁੱਛਿਆ ਕਿ ਇਹ ਚੂੜੀਆਂ ਮੈਨੂੰ ਕਿਸ ਨੇ ਦਿੱਤੀਆਂ ਹਨ। ਇਸ ਲਈ ਉਸ ਨੇ ਕਿਹਾ ਕਿ ਉਹ ਵਿਅਕਤੀ ਤਾਂ ਕਦੋਂ ਦਾ ਚਲਾ ਗਿਆ ਹੈ, ਪਰ ਉਸ ਸਮੇਂ ਉਸ ਆਦਮੀ ਨੇ ਕਿਹਾ ਸੀ ਕਿ ਜੇਕਰ ਪਾਰੁਲ ਮੈਡਮ ਇਹ ਚੂੜੀਆਂ ਤੋੜ ਦਿੰਦੀ ਹੈ ਤਾਂ ਤੁਸੀਂ ਇਹਨਾਂ ਕੰਚ ਦੀਆਂ ਚੂੜੀਆਂ ਦੇ ਟੁਕੜੇ ਸੁਰੱਖਿਅਤ ਰੱਖ ਕੇ ਮੈਨੂੰ ਦੇ ਦਿਓ। ਇਹ ਟੁੱਟੀਆਂ ਕੰਚ ਦੀਆਂ ਚੂੜੀਆਂ ਦੇ ਟੁਕੜੇ ਮੇਰੀ ਸਾਰੀ ਜ਼ਿੰਦਗੀ ਦੀ ਪੂੰਜੀ ਹਨ। ਅਚਾਨਕ ਮੇਰੇ ਹੋਸ਼ ਉੱਡ ਗਏ, ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਲੋਫਰ ਅਤੇ ਬੇਫਿਕਰ ਵਿਕਾਸ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਚਮਕਣ ਲੱਗਾ। ਕੀ ਵਿਕਾਸ ਮੈਨੂੰ ਅਜੇ ਵੀ ਯਾਦ ਸੀ? ਕਿ ਵਿਕਾਸ ਹੁਣ ਮੈਨੂੰ ਪਿਆਰ ਕਰਦਾ ਹੈ, ਪਰ ਹੁਣ ਮੈਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੀ ਸੀ। ਮੈਂ ਕਿਹਾ, ਮੈਂ ਕੰਚ ਦੀਆਂ ਚੂੜੀਆਂ ਹੱਥ ਵਿੱਚ ਫੜ ਕੇ ਕਮਰੇ ਵਿੱਚ ਵਾਪਸ ਆ ਗਈ ਅਤੇ ਅਗਲੇ ਦਿਨ ਜਦੋਂ ਮੇਰੀ ਮਾਂ ਮੈਨੂੰ ਮਿਲਣ ਆਈ ਤਾਂ ਮੈਂ ਵਿਕਾਸ ਬਾਰੇ ਪੁੱਛਿਆ ਅਤੇ ਵਿਕਾਸ ਦੀ ਕਹਾਣੀ ਜੋ ਮੇਰੀ ਮਾਂ ਨੇ ਮੈਨੂੰ ਦੱਸੀ, ਇਹ ਸੁਣ ਕੇ ਮੇਰਾ ਦਿਲ ਦੁਖਿਆ। ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਜਿਸ ਦਿਨ ਤੂੰ ਦੀਪਕ ਨਾਲ ਘਰੋਂ ਭੱਜ ਗਈ ਸੀ, ਵਿਕਾਸ ਉਸ ਦਿਨ ਬਹੁਤ ਰੋਇਆ ਸੀ। ਉਹ ਤਾਂ ਚੀਕ ਚੰਗਿਆੜਾ ਪਾ ਰਿਹਾ ਸੀ, ਰਾਧਾ ਰਾਧਾ। ਮੈਨੂੰ ਯਾਦ ਆਇਆ ਕਿ ਵਿਕਾਸ ਮੈਨੂੰ ਰਾਧਾ ਕਹਿ ਕੇ ਬੁਲਾਉਂਦੇ ਸਨ। ਮਾਂ ਨੇ ਦੱਸਿਆ ਕਿ ਤੇਰੇ ਜਾਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਿਆ ਸੀ। ਉਸ ਨੇ ਆਪਣੇ ਪਿਤਾ ਦੀ ਸਾਰੀ ਜ਼ਮੀਨ ਵੇਚ ਦਿੱਤੀ ਅਤੇ ਪਿੰਡ ਵਿੱਚ ਸਕੂਲ ਖੋਲ੍ਹ ਲਿਆ। ਉਸ ਨੇ ਸੋਚਿਆ ਕਿ ਤੁਸੀਂ ਉਸ ਨੂੰ ਇਸ ਲਈ ਛੱਡ ਦਿੱਤਾ ਸੀ ਕਿਉਂਕਿ ਉਹ ਅਨਪੜ੍ਹ ਸੀ। ਸਕੂਲ ਵਿੱਚ ਉਸ ਨੇ ਅਧਿਆਪਕ ਰੱਖ ਕੇ ਪਿੰਡ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਵਿੱਚ ਆਪਣਾ ਇੱਕ ਕਾਰੋਬਾਰ ਵੀ ਸ਼ੁਰੂ ਕਰ ਲਿਆ ਸੀ, ਜੋ ਹੌਲੀ-ਹੌਲੀ ਅੱਗੇ ਵਧਦਾ ਗਿਆ ਅਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਵਿਕਾਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਪਰ ਜਿੰਨਾ ਪੈਸਾ ਉਸ ਕੋਲ ਹੈ, ਓਨਾ ਹੀ ਉਹ ਗਰੀਬਾਂ ਨੂੰ ਦਾਨ ਕਰਦਾ ਹੈ। ਉਹ ਕਹਿੰਦਾ, ਇੰਨੇ ਪੈਸੇ ਆਪਣੇ ਕੋਲ ਰੱਖ ਕੇ ਕੀ ਕਰਾਂਗਾ ਜਦੋਂ ਮੇਰੀ ਰਾਧਾ ਹੀ ਨਹੀਂ ਹੈ। ਉਹ ਚੁੱਪਚਾਪ ਆਪਣੇ ਆਪ ਵਿੱਚ ਗੁਆਚਿਆ ਰਹਿੰਦਾ ਹੈ। ਜਦੋਂ ਕਿ ਮੈਂ ਅਤੇ ਤੁਹਾਡੇ ਪਿਤਾ ਉਸ ਵੱਲ ਦੇਖਦੇ ਹਾਂ, ਫਿਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੀ ਆਪਣੀ ਧੀ ਉਸ ਦੀ ਹਾਲਤ ਦੀ ਜ਼ਿੰਮੇਵਾਰ ਹੈ। ਵਿਕਾਸ ਬਾਰੇ ਇਹ ਸਭ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਮੈਂ ਵਿਕਾਸ ਨੂੰ ਜਲਦੀ ਤੋਂ ਜਲਦੀ ਮਿਲਣਾ ਚਾਹੁੰਦੀ ਸੀ। ਪਤਾ ਨਹੀਂ ਕਿਉਂ ਮੇਰਾ ਦਿਲ ਵਿਕਾਸ ਨੂੰ ਮਿਲਣ ਲਈ ਤਰਸ ਰਿਹਾ ਸੀ। ਮੈਂ ਆਪਣੀ ਮਾਂ ਨੂੰ ਕਿਹਾ, ਮੈਂ ਵੀ ਇੱਕ ਵਾਰ ਉਸ ਨੂੰ ਮਿਲਣਾ ਚਾਹੁੰਦੀ ਹਾਂ। ਇਹ ਸੁਣ ਕੇ ਮੇਰੀ ਮਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਕਿਹਾ, ਜੇ ਤੁਸੀਂ ਚਾਹੋ ਤਾਂ ਵਿਕਾਸ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹੋ। ਉਹ ਅਜੇ ਵੀ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਪਰ ਮੈਂ ਕਿਹਾ ਕਿ ਮੈਂ ਵਿਕਾਸ ਦੇ ਕਾਬਿਲ ਨਹੀਂ ਹਾਂ। ਮੈਂ ਤਾਂ ਇੱਕ ਬਾਂਝ ਅਤੇ ਸ਼ਾਦੀशुदा ਔਰਤ ਸੀ, ਪਰ ਮੈਂ ਇੱਕ ਵਾਰ ਵਿਕਾਸ ਨੂੰ ਮਿਲ ਕੇ ਉਸ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਕਿ ਮੈਂ ਉਸਦੇ ਪਿਆਰ ਨੂੰ ਨਹੀਂ ਪਛਾਣ ਸਕੀ ਅਤੇ ਦੀਪਕ ਨੂੰ ਹੀਰਾ ਸਮਝ ਕੇ ਪੱਥਰ ਨਾਲ ਵਿਆਹ ਕਰਾ ਲਿਆ। ਫਿਰ ਮੈਂ ਮਾਂ ਨਾਲ ਵਿਕਾਸ ਦੇ ਘਰ ਪਹੁੰਚੀ। ਉਸ ਸਮੇਂ ਵਿਕਾਸ ਘਰ ਨਹੀਂ ਸੀ। ਨੌਕਰ ਨੇ ਮੈਨੂੰ ਬਾਹਰ ਹਾਲ ਵਿੱਚ ਹੀ ਬਿਠਾ ਦਿੱਤਾ ਸੀ। ਮੈਂ ਅਤੇ ਮੰਮੀ ਕਾਫੀ ਦੇਰ ਤੱਕ ਬੈਠੇ ਰਹੇ, ਪਰ ਵਿਕਾਸ ਅਜੇ ਤੱਕ ਨਹੀਂ ਆਇਆ ਸੀ। ਫਿਰ ਮੈਂ ਨੌਕਰ ਨੂੰ ਪੁੱਛਿਆ ਅਤੇ ਵਿਕਾਸ ਦੇ ਕਮਰੇ ਵਿੱਚ ਚਲੀ ਗਈ। ਇਹ ਸਾਫ਼ ਸੁਥਰਾ ਵਿਕਾਸ ਦਾ ਕਮਰਾ ਨਹੀਂ ਲੱਗ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਪੜ੍ਹੇ ਲਿਖੇ ਆਦਮੀ ਦਾ ਕਮਰਾ ਹੋਵੇ। ਅਤੇ ਫਿਰ ਮੇਰੀ ਨਿਗਾਹ ਇੱਕ ਅਜੀਬ ਚੀਜ਼ ਤੇ ਪਈ, ਜਿਸ ਨੂੰ ਦੇਖ ਕੇ ਹੈਰਾਨ ਹੋ ਗਈ। ਦੀਵਾਰ ਤੇ ਸ਼ੀਸ਼ੇ ਲੱਗੇ ਫਰੇਮ ਵਿੱਚ ਚੂੜੀਆਂ ਨਾਲ ਰਾਧਾ ਲਿਖਿਆ ਹੋਇਆ ਸੀ। ਇਸ ਦਾ ਮਤਲਬ ਹੈ ਕਿ ਵਿਕਾਸ ਮੈਨੂੰ ਉਸੇ ਪਲ ਤੋਂ ਇੰਨਾ ਪਿਆਰ ਕਰਦਾ ਸੀ ਅਤੇ ਮੈਂ ਉਸਦੇ ਪਿਆਰ ਨੂੰ ਪਛਾਣ ਨਹੀਂ ਸਕੀ ਜਦੋਂ ਵਿਕਾਸ ਨੇ ਮੈਨੂੰ ਪਹਿਲੀ ਵਾਰ ਚੂੜੀਆਂ ਗਿਫਟ ਕੀਤੀਆਂ ਸਨ ਅਤੇ ਮੈਂ ਉਹਨਾਂ ਨੂੰ ਆਪਣੇ ਪੈਰਾਂ ਨਾਲ ਕੁਚਲ ਕੇ ਤੋੜ ਦਿੱਤੀਆਂ ਸੀ। ਵਿਕਾਸ ਨੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹਨਾਂ ਚੂੜੀਆਂ ਦੇ ਟੁਕੜੇ ਸੁਰੱਖਿਅਤ ਰੱਖੇ ਹੋਏ ਸਨ, ਉਹਨਾਂ ਨੂੰ ਸੰਭਾਲ ਰਿਹਾ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਵਿਕਾਸ ਮੇਰੇ ਪਿੱਛੇ ਆ ਕੇ ਖੜਾ ਹੋ ਗਿਆ ਸੀ।
ਅਤੇ ਜਦੋਂ ਉਸਨੇ ਮੈਨੂੰ ਰਾਧਾ ਕਿਹਾ ਤਾਂ ਮੈਂ ਇੱਕਦਮ ਪਿੱਛੇ ਮੁੜ ਗਈ। ਉਸ ਦੀ ਬਿਲਕੁਲ ਪਹਿਚਾਣ ਨਹੀਂ ਆ ਰਹੀ ਸੀ। ਵਿਕਾਸ ਦੇ ਉਹ ਲਾਪਰਵਾਹ ਸਾਲ ਕਿਧਰੇ ਗੁਆਚ ਗਏ ਸਨ। ਮੇਰੇ ਸਾਹਮਣੇ ਇੱਕ ਸੱਜਣ ਖੜਾ ਸੀ ਜਿਸ ਨੂੰ ਤੁਸੀਂ ਅਨਪੜ੍ਹ ਨਹੀਂ ਦੱਸ ਸਕਦੇ ਸੀ। ਅਚਾਨਕ ਮੈਂ ਰੋਂਦੇ ਹੋਏ ਵਿਕਾਸ ਨੂੰ ਸੀਨੇ ਨਾਲ ਲਗਾ ਲਿਆ। ਮੈਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਸਨ। ਮੈਂ ਭੁੱਲ ਗਈ ਸੀ ਕਿ ਮੈਂ ਵਿਆਹੀ ਹੋਈ ਹਾਂ ਅਤੇ ਮੇਰਾ ਵਿਕਾਸ ਨਾਲ ਕੋਈ ਸੰਬੰਧ ਨਹੀਂ ਸੀ। ਵਿਕਾਸ ਕਾਫੀ ਦੇਰ ਤੱਕ ਇਸੇ ਤਰ੍ਹਾਂ ਖੜਾ ਰਿਹਾ ਅਤੇ ਮੈਂ ਵਿਕਾਸ ਦੇ ਸੀਨੇ ਨਾਲ ਲੱਗ ਕੇ ਰੋਂਦੀ ਰਹੀ। ਮੇਰੇ ਮੂੰਹੋਂ ਇਹ ਵੀ ਸ਼ਬਦ ਨਿਕਲ ਰਹੇ ਸਨ, ਵਿਕਾਸ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਦੁਖੀ ਕੀਤਾ ਹੈ। ਸ਼ਾਇਦ ਇਸੇ ਲਈ ਰੱਬ ਨੇ ਮੈਨੂੰ ਇੰਨੀ ਵੱਡੀ ਸਜ਼ਾ ਦਿੱਤੀ ਹੈ। ਕਾਫੀ ਦੇਰ ਬਾਅਦ ਵਿਕਾਸ ਨੇ ਮੇਰੇ ਸਿਰ ਤੇ ਹੱਥ ਰੱਖਿਆ। ਉਸਨੇ ਕਿਹਾ, ਰਾਧਾ, ਮੈਂ ਤੈਨੂੰ ਕਦੇ ਦੋਸ਼ ਨਹੀਂ ਦਿੱਤਾ। ਇਹ ਮੇਰਾ ਕਸੂਰ ਸੀ ਕਿ ਮੈਂ ਤੁਹਾਡੀਆਂ ਉਮੀਦਾਂ ਦੇ ਖਰਾ ਨਹੀਂ ਉਤਰਿਆ। ਮੈਂ ਇਹ ਹੰਝੂ ਪੂੰਝ ਕੇ ਵਿਕਾਸ ਦੀ ਛਾਤੀ ਤੋਂ ਵੱਖ ਹੋ ਗਈ। ਕੁਝ ਦੇਰ ਬਾਅਦ ਵਿਕਾਸ ਬੋਲਿਆ, ਉਹ ਰਾਧਾ, ਤੇਰੇ ਲਈ ਮੇਰੇ ਦਿਲ ਦੇ ਦਰਵਾਜ਼ੇ ਅਜੇ ਵੀ ਖੁੱਲ੍ਹੇ ਹਨ। ਮੇਰੇ ਦਿਲ ਵਿੱਚ ਤੇਰੇ ਸਿਵਾ ਕੋਈ ਹੋਰ ਕੁੜੀ ਨਹੀਂ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਇੱਕ ਝਾਤ ਮਾਰ ਸਕਦੇ ਹੋ। ਇੱਕ ਪਲ ਲਈ ਵਿਕਾਸ ਦੇ ਚਿਹਰੇ ਤੇ ਇੱਕ ਸ਼ਰਾਰਤੀ ਹਾਵ ਭਾਵ ਦਿਖਾਈ ਦਿੱਤਾ ਜੋ 5 ਸਾਲ ਪਹਿਲਾਂ ਵਿਕਾਸ ਦੇ ਚਿਹਰੇ ਤੇ ਲਾਪਰਵਾਹੀ ਨਾਲ ਹੁੰਦਾ ਸੀ। ਮੈਂ ਰੋ ਕੇ ਕਿਹਾ, ਵਿਕਾਸ, ਹੁਣ ਮੈਂ ਤੇਰੇ ਪਿਆਰ ਦੇ ਕਾਬਿਲ ਨਹੀਂ ਰਹੀ। ਮੈਂ ਦੀਪਕ ਦੀ ਛੱਡੀ ਹੋਈ ਪਤਨੀ ਅਤੇ ਬਾਂਝ ਔਰਤ ਹਾਂ। ਜਿਸ ਤੇ ਵਿਕਾਸ ਨੇ ਕਿਹਾ ਸੀ ਕਿ ਰਾਧਾ, ਅੱਜ ਵੀ ਮੈਂ ਤੁਹਾਨੂੰ ਉਹੀ ਪਿਆਰ ਕਰਦਾ ਹਾਂ। ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਤੁਸੀਂ ਵਿਆਹੇ ਅਤੇ ਬਾਂਝ ਹੋ, ਪਰ ਮੈਂ ਇੰਨੀ ਸਵਾਰਥੀ ਨਹੀਂ ਹੋ ਸਕਦੀ ਸੀ ਕਿ ਵਿਕਾਸ ਦੀ ਜ਼ਿੰਦਗੀ ਨੂੰ ਰੌਸ਼ਨੀ ਨਾਲ ਭਰਨ ਦੀ ਬਜਾਏ ਮੈਂ ਉਸ ਦੀ ਜ਼ਿੰਦਗੀ ਨੂੰ ਹਨੇਰੇ ਨਾਲ ਭਰ ਦੇਵਾਂ। ਮੈਂ ਉਸ ਨੂੰ ਬੱਚੇ ਦੀ ਖੁਸ਼ੀ ਨਹੀਂ ਦੇ ਸਕਦੀ ਸੀ ਅਤੇ ਦੀਪਕ ਨੇ ਜੋ ਜ਼ਖਮ ਮੈਨੂੰ ਦਿੱਤਾ ਸੀ ਉਹ ਅਜੇ ਵੀ ਤਾਜ਼ਾ ਸੀ। ਮੈਂ ਹੁਣ ਕਿਸੇ ਵੀ ਮਰਦ ਤੇ ਭਰੋਸਾ ਨਹੀਂ ਕਰ ਸਕਦੀ ਸੀ। ਮਰਦ ਹੀ ਹੁੰਦਾ ਹੈ। ਹੋ ਸਕਦਾ ਹੈ ਕਿ ਕੱਲ ਨੂੰ ਵਿਕਾਸ ਨੂੰ ਵੀ ਬੱਚਿਆਂ ਦੀ ਚਾਹਤ ਹੋਵੇ ਅਤੇ ਉਹ ਮੇਰੇ ਤੋਂ ਨਜ਼ਰ ਚੁਰਾਉਣ ਲੱਗ ਜਾਵੇ। ਮੈਂ ਰੋਂਦੀ ਹੋਈ ਬਾਹਰ ਆਈ ਅਤੇ ਮੈਂ ਆਪਣੀ ਮਾਂ ਦਾ ਹੱਥ ਫੜ ਕੇ ਘਰ ਪਰਤ ਆਈ। ਮੇਰੀ ਹਾਲਤ ਦੇਖ ਕੇ ਮੇਰੇ ਪਿਤਾ ਜੀ ਅਤੇ ਭਰਾਵਾਂ ਨੇ ਵੀ ਮੈਨੂੰ ਮਾਫ਼ ਕਰ ਦਿੱਤਾ। ਅਗਲੇ ਦਿਨ ਵਿਕਾਸ ਫਿਰ ਮੇਰੇ ਕੋਲ ਆਇਆ। ਉਸ ਨੇ ਦੁਖੀ ਲਹਿਜੇ ਵਿੱਚ ਕਿਹਾ ਸੀ ਕਿ ਰਾਧਾ, ਮੈਨੂੰ ਨਹੀਂ ਸੀ ਪਤਾ ਕਿ ਮੇਰਾ ਪਿਆਰ ਇੰਨਾ ਖੋਖਲਾ ਸੀ ਕਿ ਰੱਬ ਨੇ ਮੈਨੂੰ ਦੂਜਾ ਮੌਕਾ ਦੇਣ ਦੇ ਬਾਵਜੂਦ ਮੇਰੇ ਪਿਆਰ ਨੂੰ ਠੁਕਰਾ ਦਿੱਤਾ। ਜੇ ਤੂੰ ਅੱਜ ਮੇਰਾ ਪਿਆਰ ਨਾ ਕਬੂਲ ਕੀਤਾ ਤਾਂ ਮੈਂ ਤੇਰੀ ਜ਼ਿੰਦਗੀ ਤੋਂ ਸਦਾ ਲਈ ਦੂਰ ਹੋ ਜਾਵਾਂਗਾ। ਮੈਂ ਕਦੇ ਵੀ ਤੁਹਾਡੇ ਕੋਲ ਵਾਪਸ ਨਹੀਂ ਆਵਾਂਗਾ। ਮੈਂ ਤੁਹਾਡੇ ਲਈ ਇਹ ਕੰਚ ਦੀਆਂ ਚੂੜੀਆਂ ਲੈ ਕੇ ਆਇਆ ਹਾਂ। ਜੇ ਤੁਸੀਂ ਮੇਰਾ ਪਿਆਰ ਕਬੂਲ ਕਰਦੇ ਹੋ ਤਾਂ ਇਹਨਾਂ ਨੂੰ ਪਾ ਕੇ ਬਾਹਰ ਆ ਜਾਓ, ਨਹੀਂ ਤਾਂ ਇਹਨਾਂ ਨੂੰ ਤੋੜ ਕੇ ਮੇਰੇ ਕੋਲ ਲਿਆਓ। ਇਹ ਕਹਿ ਕੇ ਵਿਕਾਸ ਨੇ ਕੰਚ ਦੀਆਂ ਚੂੜੀਆਂ ਮੇਰੇ ਬੈੱਡ ਤੇ ਛੱਡ ਦਿੱਤੀਆਂ। ਮੈਂ ਕਾਫੀ ਦੇਰ ਤੱਕ ਉਹਨਾਂ ਕੰਚ ਦੀਆਂ ਚੂੜੀਆਂ ਨੂੰ ਦੇਖਦੀ ਰਹੀ। ਰੱਬ ਨੇ ਮੈਨੂੰ ਦੂਜਾ ਮੌਕਾ ਦਿੱਤਾ ਸੀ, ਸੱਚੇ ਪਿਆਰ ਨੂੰ ਪਾਉਣ ਦਾ ਮੌਕਾ, ਅਤੇ ਹੁਣ ਮੈਂ ਉਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ। ਮੈਂ ਉਹ ਕੰਚ ਦੀਆਂ ਚੂੜੀਆਂ ਚੁੱਕ ਕੇ ਆਪਣੇ ਹੱਥਾਂ ਵਿੱਚ ਪਾ ਲਈਆਂ। ਜਦੋਂ ਮੈਂ ਬਾਹਰ ਆਈ ਤਾਂ ਵਿਕਾਸ ਮੰਮੀ ਨਾਲ ਗੱਲਾਂ ਕਰਨ ਵਿੱਚ ਰੁੱਝਿਆ ਹੋਇਆ ਸੀ। ਮੇਰੀ ਪਿੱਠ ਪਿੱਛੇ ਮੇਰੇ ਹੱਥ ਸਨ। ਮੈਨੂੰ ਬਾਹਰ ਆਉਂਦੇ ਦੇਖ ਵਿਕਾਸ ਦੇ ਚਿਹਰੇ ਦਾ ਰੰਗ ਬਦਲ ਗਿਆ। ਉਹ ਸ਼ਾਇਦ ਸੋਚ ਰਿਹਾ ਸੀ ਕਿ ਮੈਂ ਚੂੜੀਆਂ ਦੇ ਟੁਕੜੇ ਕਰਕੇ ਲਿਆਈ ਹਾਂ। ਅਤੇ ਜਦੋਂ ਮੈਂ ਉਸ ਦੇ ਸਾਹਮਣੇ ਖੜੀ ਹੋਈ ਅਤੇ ਉਸ ਨੂੰ ਆਪਣੇ ਹੱਥ ਦਿੱਤੇ ਤਾਂ ਉਹ ਖੁਸ਼ ਹੋ ਗਿਆ। ਉਸਨੇ ਮੰਮੀ ਦੀ ਪਰਵਾਹ ਕੀਤੇ ਬਿਨਾਂ ਮੇਰੇ ਹੱਥ ਚੁੰਮ ਲਏ। ਜਦੋਂ ਮੰਮੀ ਨੇ ਖਾਸ ਤੌਰ ਤੇ ਮੈਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਤਾਂ ਉਸਨੇ ਜਲਦੀ ਹੀ ਮੇਰੇ ਹੱਥ ਛੱਡ ਦਿੱਤੇ। ਮੈਂ ਹੱਸਦੀ ਹੋਈ ਆਪਣੇ ਕਮਰੇ ਵੱਲ ਭੱਜੀ। ਜਿਵੇਂ ਹੀ ਮੈਂ ਹਾਂ ਕਿਹਾ, ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਦੂਜੇ ਪਾਸੇ ਮੇਰੇ ਭਰਾ ਅਤੇ ਪਿਤਾ ਜੀ ਨੇ ਦੀਪਕ ਤੋਂ ਤਲਾਕ ਲੈਣ ਲਈ ਕੋਰਟ ਵਿੱਚ ਅਰਜ਼ੀ ਦੇ ਰੱਖੀ ਸੀ। ਦੀਪਕ ਅਤੇ ਮੇਰਾ 1 ਹਫ਼ਤੇ ਦੇ ਅੰਦਰ ਤਲਾਕ ਹੋ ਗਿਆ ਅਤੇ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਕਰਵਾਇਆ। ਮੇਰਾ ਵਿਆਹ ਬੜੀ ਧੂਮਧਾਮ ਨਾਲ ਹੋਇਆ ਸੀ। ਇੰਜ ਲੱਗਦਾ ਸੀ ਜਿਵੇਂ ਇਹ ਵਿਆਹ ਮੇਰਾ ਪਹਿਲਾ ਵਿਆਹ ਹੋਵੇ। ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਵਿਆਹ ਦੀ ਖੁਸ਼ੀ ਕੀ ਹੁੰਦੀ ਹੈ। ਇਸ ਤੋਂ ਪਹਿਲਾਂ ਮੈਂ ਦੀਪਕ ਨਾਲ ਕੋਰਟ ਮੈਰਿਜ ਕੀਤੀ ਸੀ। ਮੈਂ ਸੁਹਾਗ ਦੇ ਮੰਜੇ ਤੇ ਬੈਠੀ ਵਿਕਾਸ ਦੀ ਉਡੀਕ ਕਰ ਰਹੀ ਸੀ। ਮੇਰੇ ਮਨ ਵਿੱਚ ਦੀਪਕ ਦੀ ਪਰਛਾਈ ਤੱਕ ਵੀ ਨਹੀਂ ਸੀ। ਬਸ ਵਿਕਾਸ ਦੇ ਨਾਮ ਤੇ ਹੀ ਦਿਲ ਧੜਕ ਰਿਹਾ ਸੀ। ਜਦੋਂ ਵਿਕਾਸ ਕਮਰੇ ਵਿੱਚ ਆਇਆ ਤਾਂ ਮੈਂ ਹੋਰ ਵੀ ਸਿਮਟ ਕੇ ਬੈਠ ਗਈ। ਜਦੋਂ ਵਿਕਾਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਭਰਦੇ ਹੋਏ ਆਪਣਾ ਮੂੰਹ ਮੇਰੇ ਕੰਨਾਂ ਕੋਲ ਲਿਜਾ ਕੇ
ਮੰਦਹੋਸ਼ ਲਹਿਜੇ ਵਿੱਚ ਕਿਹਾ ਕਿ ਰਾਧਾ ਕੇਵਲ ਕ੍ਰਿਸ਼ਨ ਦੀ ਹੈ, ਬਾਕੀ ਸਭ ਤਾਂ ਗੋਪੀਆਂ ਹੀ ਹੈ। ਤਾਂ ਮੈਂ ਸ਼ਰਮ ਨਾਲ ਆਪਣਾ ਸਿਰ ਵਿਕਾਸ ਦੀ ਛਾਤੀ ਵਿੱਚ ਲੁਕੋ ਲਿਆ। ਵਿਕਾਸ ਨੇ ਵੀ ਮੈਨੂੰ ਬਾਹਾਂ ਵਿੱਚ ਘੁੱਟ ਕੇ ਫੜ ਲਿਆ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਵਿਕਾਸ ਨਾਲ ਜ਼ਿੰਦਗੀ ਕਿੰਨੀ ਖੂਬਸੂਰਤ ਬਣ ਜਾਵੇਗੀ। ਵਿਕਾਸ ਦੇ ਪਿਆਰ ਤੇ ਪਰਛਾਵੇਂ ਹੇਠਾਂ 1 ਸਾਲ ਬੀਤ ਗਿਆ ਸੀ। ਮੈਂ ਵਿਕਾਸ ਨੂੰ ਆਪਣੀ ਅਤੇ ਦੀਪਕ ਦੀ ਸਾਰੀ ਕਹਾਣੀ ਦੱਸ ਦਿੱਤੀ ਸੀ। ਵਿਕਾਸ ਨੇ ਮੇਰਾ ਇਲਾਜ ਸ਼ੁਰੂ ਕਰਵਾ ਦਿੱਤਾ ਸੀ ਅਤੇ ਡਾਕਟਰ ਨੇ ਮੈਨੂੰ ਉਮੀਦ ਦਿੱਤੀ ਸੀ ਕਿ ਇਲਾਜ ਤੋਂ ਬਾਅਦ ਮੈਂ ਮਾਂ ਬਣ ਸਕਾਂਗੀ। ਅਤੇ ਇੱਕ ਦਿਨ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਸਮੇਂ ਮੈਂ ਦੀਪਕ ਨੂੰ ਮਿਲੀ, ਪਰ ਦੀਪਕ ਦੇ ਚਿਹਰੇ ਤੇ ਬਿਲਕੁਲ ਵੀ ਚਮਕ ਨਹੀਂ ਸੀ। ਮੈਨੂੰ ਦੇਖਦੇ ਹੀ ਉਹ ਮੇਰੇ ਕੋਲ ਆ ਗਿਆ। ਉਸ ਨੇ ਮੇਰੇ ਤੋਂ ਹੱਥ ਜੋੜ ਕੇ ਮਾਫੀ ਮੰਗੀ। ਉਸ ਨੇ ਕਿਹਾ ਕਿ ਪਾਰੁਲ, ਜੋ ਮੈਂ ਤੇ ਮੇਰੀ ਮਾਂ ਨੇ ਤੇਰੇ ਨਾਲ ਕੀਤਾ ਹੈ, ਉਸ ਦੀ ਸਜ਼ਾ ਰੱਬ ਨੇ ਮੈਨੂੰ ਦੇ ਦਿੱਤੀ ਹੈ। ਮੇਰੀ ਮਾਂ ਨੂੰ ਅਧਰੰਗ ਹੋ ਗਿਆ ਹੈ, ਉਹ ਮੰਜੇ ਤੇ ਪਈ ਹੈ। ਮੇਰੀ ਮਾਂ ਨੂੰ ਆਪਣਾ ਪੋਤਾ ਖਿਡਾਉਣ ਦੀ ਬਾਹਲੀ ਕਾਹਲੀ ਸੀ ਅਤੇ ਜਦੋਂ 1 ਸਾਲ ਬਾਅਦ ਵੀ ਨੈਣਾ ਗਰਭਵਤੀ ਨਹੀਂ ਹੋਈ ਤਾਂ ਮੈਂ ਅਤੇ ਨੈਣਾ ਨੇ ਆਪਣੇ ਟੈਸਟ ਕਰਵਾਏ, ਜਿਸ ਵਿੱਚ ਨੈਣਾ ਦੀ ਰਿਪੋਰਟ ਨਾਰਮਲ ਸੀ, ਪਰ ਮੇਰੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮੈਂ ਕਦੇ ਪਿਤਾ ਨਹੀਂ ਬਣ ਸਕਾਂਗਾ। ਹੁਣ ਦਿਨ ਰਾਤ ਉਹ ਮੈਨੂੰ ਬਾਂਝ ਹੋਣ ਦਾ ਤਾਨਾ ਮਾਰਦੀ ਹੈ। ਪਾਰੁਲ, ਹੁਣ ਮੈਨੂੰ ਤੇਰਾ ਪਿਆਰ ਬਹੁਤ ਯਾਦ ਆਉਂਦਾ ਹੈ, ਪਰ ਹੁਣ ਮੈਂ ਕੁਝ ਨਹੀਂ ਕਰ ਸਕਦਾ। ਤੂੰ ਮੇਰੀ ਜ਼ਿੰਦਗੀ ਤੋਂ ਚਲੀ ਗਈ ਹੈ, ਪਰ ਮੈਂ ਸਿਰਫ ਇੱਕ ਹੀ ਕੰਮ ਕਰ ਸਕਦਾ ਹਾਂ, ਜੋ ਹੱਥ ਜੋੜ ਕੇ ਤੇਰੇ ਤੋਂ ਮਾਫੀ ਮੰਗਦਾ ਹਾਂ। ਜੇ ਤੁਸੀਂ ਮੈਨੂੰ ਮਾਫ ਕਰ ਸਕਦੇ ਹੋ ਤਾਂ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। ਹੋ ਸਕਦਾ ਹੈ ਕਿ ਜੇ ਤੁਸੀਂ ਮੈਨੂੰ ਮਾਫ ਕਰ ਦਿੱਤਾ ਤਾਂ ਮੇਰੀ ਜ਼ਿੰਦਗੀ ਵਿੱਚ ਜੋ ਦੁੱਖ ਆਏ ਹੈ ਉਹ ਥੋੜੇ ਘਟ ਜਾਣਗੇ। ਮੈਂ ਵਿਕਾਸ ਦਾ ਹੱਥ ਘੁੱਟ ਕੇ ਫੜ ਲਿਆ ਅਤੇ ਵਿਕਾਸ ਵੱਲ ਦੇਖਦਿਆਂ ਮੈਂ ਦੀਪਕ ਨੂੰ ਕਿਹਾ ਕਿ ਦੀਪਕ, ਮੈਂ ਤੈਨੂੰ ਮਾਫ ਕਰ ਦਿੱਤਾ ਹੈ। ਜਦੋਂ ਰੱਬ ਨੇ ਤੈਨੂੰ ਤੇਰੇ ਕੀਤੇ ਦੀ ਸਜ਼ਾ ਦਿੱਤੀ ਹੈ ਤਾਂ ਮੈਂ ਕੌਣ ਹਾਂ ਤੈਨੂੰ ਸਜ਼ਾ ਦੇਣ ਵਾਲੀ। ਤੇ ਇਹ ਕਹਿ ਕੇ ਮੈਂ ਅੱਗੇ ਵਧੀ। ਦੀਪਕ ਹਾਰੇ ਹੋਏ ਜੁਆਰੀ ਵਾਂਗ ਮੇਰੇ ਵੱਲ ਦੇਖ ਰਿਹਾ ਸੀ ਅਤੇ ਮੈਂ ਵਿਕਾਸ ਦਾ ਹੱਥ ਫੜ ਕੇ ਅੱਗੇ ਵਧ ਰਹੀ ਸੀ, ਜਿੱਥੇ ਮੇਰੇ ਲਈ ਅੱਗੇ ਦੀ ਜ਼ਿੰਦਗੀ ਵਿੱਚ ਸਿਰਫ ਖੁਸ਼ੀ ਸੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।